ਜੈ ਮਸੀਹ ਦੀ ਸਾਰਿਆਂ ਨੂੰ। ਅੱਜ ਅਸੀਂ ਤੁਹਾਡੇ ਲੈ ਕੇ ਆਏ ਹਾਂ ਜ਼ਬੂਰ ਜ਼ੋਨ Psalms in ਪੰਜਾਬੀ context of Songs of Asaph series। ਅੱਜ ਅਸੀਂ ਆਸਫ ਦੇ ਜ਼ਬੂਰਾਂ ਨੂੰ ਵਾਈਂਡ ਅਪ ਕਰਾਂਗੇ ਤਾਂ ਅੱਜ 12ਵੇਂ ਐਪੀਸੋਡ ਵਿੱਚ ਅਸੀਂ ਜ਼ਬੂਰ 83 ਤੇ ਗੌਰ ਕਰਾਂਗੇ। ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰ ਕਰਦੀ ਹਾਂ ਜੋ ਤੁਸੀਂ ਸਮੇਂ ਕੱਢ ਕੇ ਸਾਡੇ ਐਪੀਸੋਡਸ ਨੂੰ ਦੇਖਦੇ ਰਹੇ ਤੇ ਸਾਡੇ ਨਾਲ ਇੰਗੇਜ ਕਰਦੇ ਰਹੇ ਹਾਂ। ਮੈਂ ਤੁਹਾਨੂੰ ਇਨਵਾਈਟ ਕਰਦੀ ਹਾਂ ਕਿ ਤੁਸੀਂ ਵੀ ਆਪਣੇ ਸਵਾਲ ਆਪਣੀ ਕਮੈਂਟਰੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ। ਅੱਜ ਸਾਡੇ ਵਿੱਚ ਆਂਟੀ ਜੋਤੀ, ਆਂਟੀ ਸਿੰਬਲ ਤੇ ਅੰਕਲ ਜੋਸ਼ੂਆ ਸਕ੍ਰਿਪਚਰ ਪੜ੍ਹਨਗੇ ਤੇ ਪਾਸਟਰ ਐਰਿਕ ਇਹਨਾਂ ਤੇ ਰਿਫਲੈਕਸ਼ਨ ਦੇਣਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਸਕ੍ਰਿਪਚਰ ਰੀਡਿੰਗ ਵਿੱਚ ਚਲੇ, ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ। ਆਓ ਅਸੀਂ ਖੁਦਾ ਦੇ ਹਜ਼ੂਰੀ ਦੇ ਵਿੱਚ ਚਲੀਏ ਤੇ ਉਸ ਦੇ ਹੱਥਾਂ ਦੇ ਵਿੱਚ ਆਪਣੇ ਆਪ ਨੂੰ ਦੇ ਦਈਏ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਦਿਨ ਭਰ ਦੀ ਹਿਫਾਜ਼ਤ ਨਿਗਹਬਾਨੀ ਦੇ ਲਈ, ਜੋ ਤੂੰ ਸਾਨੂੰ ਸਭ ਨੂੰ ਹਰ ਤਰ੍ਹਾਂ ਬਚਾ ਕੇ ਆਪਣੀ ਪਨਾਹ ਵਿੱਚ ਰੱਖਿਆ। ਇਸ ਮੌਕੇ ਦੇ ਲਈ ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਕਿ ਸਾਡੀ ਜ਼ਿੰਦਗੀ ਸਾਨੂੰ ਦਿੱਤਾ ਕਿ ਅੱਜ ਦੇ ਜ਼ਬੂਰ 83 ਨੂੰ ਖੁਦਾਵੰਦ ਤੇਰੇ ਖਾਦਮ ਦੇ ਜ਼ਰੀਏ ਉਸ ਦੇ ਉੱਤੇ ਸਾਨੂੰ ਜੋ ਕੁਛ ਵੀ ਸਾਨੂੰ ਸਿਖਾਉਂਦੇ ਨੇ, ਬੋਲਦੇ ਨੇ, ਖੁਦਾਵੰਦ ਉਹ ਤੇਰੀ ਤਰਫੋਂ ਹੋਵੇ ਤੇ ਉਸ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣ ਵਾਲੇ। ਤਮਾਮ ਸੁਣਨ ਵਾਲਿਆਂ ਦੇ ਲਈ ਦੁਆ ਕਰਦਾ ਖੁਦਾਵੰਦ ਤੂੰ ਉਹਨਾਂ ਦੇ ਵੀ ਨਾਲ ਹੋ, ਤਾਂ ਜੋ ਵੀ ਖੁਦਾਵੰਦ ਜੋ ਕੁਛ ਅੱਜ ਸੁਣਦੇ ਨੇ ਤੇਰੇ ਖਾਦਮ ਦੇ ਜ਼ਰੀਏ ਉਸ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਚੱਲਣ ਵਾਲੇ ਹੋਈਏ। ਇਸ ਸਮੇਂ ਖੁਦਾਵੰਦ ਤੂੰ ਆ ਤੇ ਸਾਨੂੰ ਖੁਦਾਵੰਦ ਹਿੰਮਤ ਤਾਕਤ ਦੇ, ਸਮਝ ਅਕਲ ਦੇ ਖੁਦਾਵੰਦ, ਤਾਂ ਜੋ ਅਸੀਂ ਅੱਜ ਦੇ ਇਸ ਸਬਕ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਿੱਖ ਸਕੀਏ। ਤੇਰੇ ਬੇਟੇ ਨਜਾਤ ਦਹਿੰਦਾ ਯਿਸੂ ਨਾਸਰੀ ਦੇ ਨਾਂ 'ਚ ਮੰਗਦਾ, ਆਮੀਨ। ਆਮੀਨ। ਥੈਂਕ ਯੂ ਅੰਕਲ ਜੋਸ਼ੂਆ। ਆਓ ਹੁਣ ਅਸੀਂ ਸਕ੍ਰਿਪਚਰ ਆਂਟੀ ਜੋਤੀ, ਆਂਟੀ ਸਿੰਬਲ, ਅੰਕਲ ਦੇ ਨਾਲ। ਤੇ ਸਾਰੇ ਭੈਣ ਭਰਾ ਨੂੰ ਜੈ ਮਸੀਹ ਦੀ, ਜਿੰਨੇ ਵੀ ਇਸ ਵਕਤ ਸਾਨੂੰ ਆਨਲਾਈਨ ਦੇਖ ਰਹੇ ਹਨ, ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਅੱਜ ਅਸੀਂ ਜ਼ਬੂਰ ਪੜਾਂਗੇ 83 ਵੈਰੀਆਂ ਦੀ ਹਾਰ ਲਈ ਪ੍ਰਾਰਥਨਾ। ਇਹ ਆਸਾਫ ਦਾ ਭਜਨ ਹੈ। ਮੈਂ ਇਸ ਦੀ ਪਹਿਲੀ ਆਇਤ ਪੜਾਂਗੀ। हे परमेश्वर, तू चुप ना रह अते ना ही रुक, क्योंकि देख तेरे दुश्मन उद्यम मचाते हैं और तुझसे अदावत रखने वालों ने सर उठाया है। ਉਹ ਤੇਰੇ ਲੋਕਾਂ ਦੇ ਵਿਰੁੱਧ ਛਲ ਨਾਲ ਮਤਾਉਂਦੇ ਹਨ ਅਤੇ ਤੇਰੇ ਰਾਖਵੇਂ ਲੋਕਾਂ ਦੇ ਵਿਰੁੱਧ ਗੋਸ਼ਟਾਂ ਗੰਢਦੇ ਹਨ। ਆਇਤ 4 ਉਹ ਕਹਿ ਰਹੇ ਹਨ, ਆਓ ਅਸੀਂ ਉਹਨਾਂ ਦੀ ਕੌਮੀਅਤ ਦੀ ਖਤਮ ਕਰ ਦਈਏ ਅਤੇ इजराइल ਦਾ नामो निशान तक मिटा दीजिए। 5वीं आयत, क्योंकि उन्होंने एका करके आपस में मशवरा किया है, वो तेरे खिलाफ अहद बांधते हैं। ਆਦੋਮ ਦੇ ਤੰਬੂ ਵਾਲੇ ਅਤੇ ਇਸਰਾਈਲੀ, ਮੁਆਬ ਅਤੇ ਹਗਾਰੀ, गवाली, अमोनी ते अमालेकी, फिलिस्ती ते सूर निवासी। 8वीं आयत, असूर भी इनसे मिला हुआ है, उन्होंने बनी लूत की कुम्मत की है। ਤੂੰ ਉਹਨਾਂ ਨਾਲ ਇਹੋ ਜਿਹਾ ਕਰ ਜਿਹੋ ਜਿਹਾ ਤਾਂ ਮਿਦਿਆਨ ਅਤੇ ਸਿਸਰਾ ਅਤੇ ਕਿਸੋਨ ਨਦੀ ਕੋਲ ਯਾਬੀਨ ਨਾਲ ਕੀਤਾ। 10ਵੀਂ ਆਇਤ, ਉਹ ਐਨ ਦੌਰ ਪਿੰਡ ਦੇ ਲਾਗੇ ਨਾਸ਼ ਕੀਤੇ ਗਏ ਅਤੇ ਉਹਨਾਂ ਦੇ ਮੁਰਦਾ ਸਰੀਰ तक ਉੱਥੇ ਸੜ ਗਏ। 11वीं आयत, उनके सरदारों को ओरीब और ज़ेब की मानद, बल्कि उनके शहजादों को ज़री और ज़लम्मा की मानद बना दे। ਜਿਨ੍ਹਾਂ ਨੇ ਆਖਿਆ ਅਸੀਂ ਪਰਮੇਸ਼ਵਰ ਦੀਆਂ ਚਰਾਗਾਹਾਂ ਨੂੰ ਆਪਣੇ ਕਾਬੂ ਕਰ ਲਈਏ। हे मेरे परमेश्वर, तू ਉਹਨਾਂ ਨੂੰ ਬੁੱਲੇ ਨਾਲ ਉੱਡਣ ਵਾਲੇ ਕੱਟੇ ਅਤੇ ਹਨੇਰੀ ਨਾਲ ਉੱਡਣ ਵਾਲੇ ਕੱਖਾਂ ਦੀ ਤਰ੍ਹਾਂ ਬਣਾ ਦੇ। 14वीं आयत, उस आग की तरह जो जंगल को जला देती है, उस शोला की तरह जो पहाड़ों में आग लगा देता है। ਤੇਵੇਂ ਤੂੰ ਆਪਣੇ ਤੂਫਾਨ ਨਾਲ ਉਹਨਾਂ ਦਾ ਪਿੱਛਾ ਕਰ ਅਤੇ ਆਪਣੇ ਝੱਖੜ ਝੋਲੇ ਨਾਲ ਉਹਨਾਂ ਦਾ ਸਾਹ ਸੁਕਾ। 16ਵੀਂ ਆਇਤ, हे प्रभु, तू ਉਹਨਾਂ ਨੂੰ ਇੰਨਾ ਸ਼ਰਮਿੰਦਾ ਕਰ ਕਿ ਉਹ ਆਪ ਹੀ ਤੇਰੇ ਨਾਂ ਦੀ ਖੋਜ ਕਰਨ। 17वीं आयत, वो हमेशा शर्मिंदा और परेशान रहें, बल्कि वो रुस्वा होकर हलाक हो जाएं। 18ਵੀਂ ਆਇਤ, ਭਈ ਉਹ ਜਾਣਨ ਕਿ
कि इकल्ला तू ही जिहदा नाम यहोवा है सारी धरती उत्ते अत महान है। खुदा दी बरकत उहदे कलाम दे पढ़े ते सुने जानते होवे। आमीन। आमीन। Thank you scripture reading ਲਈ ਆਓ ਹੁਣ ਅਸੀਂ ਪਾਸਟਰ ਕਾਰ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਤੱਕ ਜਾਵਾਂਗੇ। जी बहुत बहुत शुक्रिया सिस्टर ज्योति, सिस्टर सुंबल, अंकल जोशुआ और एंजल। और ਅੱਜ ਅਸੀਂ ਖੁਦਾ ਦਾ ਸ਼ੁਕਰ ਅਦਾ ਕਰਨੇ ਆ ਕਿ ਅਸੀਂ ਅੱਜ ਜ਼ਬੂਰਾਂ ਦੀ ਕਿਤਾਬ ਦੇ ਵਿੱਚੋਂ ਜਿਹੜੇ ਦੋ ਮੇਜਰ ਸੈਕਸ਼ਨ ਸਨ, ਦੋ ਮੇਜਰ ਜਿਨ੍ਹਾਂ ਦਾ ਬੜਾ ਅਹਿਮ ਕੰਟਰੀਬਿਊਸ਼ਨ ਹੈ, ਬਨੀ ਕੋਰਾ ਦੇ ਜ਼ਬੂਰਾਂ ਤੋਂ ਬਾਅਦ ਆਸਫ ਦੇ ਜਿਹੜੇ 12 ਜ਼ਬੂਰ ਸਨ, ਉਹ ਅੱਜ ਅਸੀਂ ਖਤਮ ਕਰ ਰਹੇ ਹਾਂ। ਸੋ ਵੈਲ ਡਨ, ਗੁੱਡ ਵਰਕ। ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਏ ਕਿ ਅਸਾਂ ਇਸ ਸੈਸ਼ਨ ਅੱਜ ਅਸੀਂ ਖਤਮ ਕਰ ਰਹੇ ਹਾਂ। ਔਰ ਬੜੀ ਦਿਲਚਸਪ ਗੱਲ ਹੈ ਵੇ ਕਿ ਮੈਨੂੰ ਨਹੀਂ ਪਤਾ ਕਿ ਆਸਫ ਦੇ ਇੰਨੇ ਜ਼ਬੂਰ ਸਨ ਕਿ ਹੋਰ ਵੀ ਜ਼ਬੂਰ ਹੋਣਗੇ, ਲੇਕਿਨ ਜਿਨ੍ਹਾਂ ਲੋਕਾਂ ਨੇ ਜ਼ਬੂਰਾਂ ਦੀ ਕਿਤਾਬ ਕਲੋਜ਼ ਕੀਤੀ ਹੈ ਜਾਂ ਇਹਦਾ ਕੈਨਨ ਜਦੋਂ ਕਲੋਜ਼ ਕੀਤਾ ਵੇ, ਉਹਨਾਂ ਨੇ ਜਦੋਂ ਇਹ ਚੁਣਿਆ ਕਿ ਆਸਫ ਦੇ ਕਿਹੜੇ ਜ਼ਬੂਰ ਹੋਣੇ ਚਾਹੀਦੇ ਨੇ ਔਰ ਆਸਫ ਦਾ ਜ਼ਬੂਰ ਜਿਹੜਾ ਵੇ ਆਸਫ ਦੇ ਸੈਕਸ਼ਨ ਨੂੰ ਕਿਹੜੇ ਜ਼ਬੂਰ ਤੇ ਔਰ ਕਿਹੜੇ ਥੀਮ ਦੇ ਨਾਲ ਖਤਮ ਹੋਣਾ ਚਾਹੀਦਾ ਹੈ, ਦੇ ਚੂਜ਼ ਵੈਰੀ ਵੈਲ ਵਾਈਜ਼ਲੀ। ਔਰ ਸਾਨੂੰ ਪਤਾ ਵੇ ਕਿ ਖੁਦਾ ਦਾ ਕਲਾਮ ਹੈ ਔਰ ਖੁਦਾ ਦੇ रूह ने ਉਹਨਾਂ ਦੀ ਮਦਦ ਕੀਤੀ। कलाम में लिखा हुआ है कि हर एक सहीफा जो खुदा के इल्हाम से है, सो खुदा दा इल्हाम खुदा दे रूह दी गाइडेंस ਦੇ ਨਾਲ ਜਿਹੜਾ ਵੇ ਉਹਨਾਂ ਨੇ ਇਹਦੀ ਤਰਤੀਬ ਨੂੰ ਔਰ ਇਹਦੇ ਕੰਟੈਂਟ ਨੂੰ ਉਹਨਾਂ ਨੇ ਕਲੋਜ਼ ਕੀਤਾ ਵੇ। ਸੋ ਅਸੀਂ ਜਦੋਂ ਵੇਖਦੇ ਆ ਕਿ ਜਦੋਂ ਅਸੀਂ ਆਸਫ ਤੇ ਜ਼ਬੂਰਾਂ ਦਾ ਮੁਤਾਲਾ ਕਰਨਾ ਮੇਰੇ ਅਜ਼ੀਜ਼ੋ, ਕਿਉਂਕਿ ਅੱਜ ਅਸੀਂ ਵਾਈਂਡ ਅਪ ਕਰਨ ਲੱਗੇ ਆ, ਤੇ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ, ਤੁਸੀਂ ਵੀ ਆਪਣੇ ਆਪਣੇ ਰਿਫਲੈਕਟ ਦੇ ਸਕਦੇ ਹੋ, ਬਾਕੀ ਜਿਹੜੇ ਸਾਡੀ ਟੀਮ ਬੈਠੀ ਹੋਈ ਹੈ, ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ ਕਿ ਆਸਫ ਬਜ਼ਾਤ ਖੁਦ ਚੁੱਕੇ 3 ਆਫਿਸ ਆਸਫ ਦੇ ਕਰਾਨੇ ਸਨ। ਨੰਬਰ 1 ਦੇ ਵਰ ਸਿੰਗਰਸ, ਨੰਬਰ 2 ਦੇ ਵਰ ਸੀਅਰਸ, ਪ੍ਰੋਫਿਟਸ ਸਨ, ਪ੍ਰੋਫੈਸੀ ਖੁਦਾ ਦਾ ਕਲਾਮ ਉਹਨਾਂ ਕੋਲ ਆਉਂਦਾ ਹੈ, ਐਂਡ ਨੰਬਰ 3 ਦੇ ਵਰ ਸਕ੍ਰਾਈਬਸ। ਸੋ ਤੁਸੀਂ ਵੇਖੋਗੇ ਕਿ ਜਿਹੜੇ 3 ਇੰਪੋਰਟੈਂਟ ਪਿਲਰ ਹੁੰਦੇ ਨੇ ਨਾ ਕਿਸੇ ਵੀ ਕਿੰਗਡਮ ਦੇ, ਠੀਕ ਹੈ, ਜਿਹਦੇ ਵਿੱਚ ਕੀ ਹੁੰਦਾ ਵੇ, ਆਰਟ ਜਿਹੜਾ ਵੇ, ਕਲਚਰ ਜਿਹੜਾ ਵੇ, ਠੀਕ ਹੈ, ਉਹਨਾਂ ਦਾ ਰਿਲੀਜਨ नंबर 1, क्योंकि they were religious singers, they were not a kind of a pop star or a concert singer नहीं सन, ठीक है ना, they were liturgical appointed religious singers, so they represent religious ਜਿਹੜੀ bureaucracy ਹੈ ਉਹਨੂੰ ਪੇਸ਼ ਕਰਦੇ ਹਨ, religious bureaucracy ਨੂੰ। ਨੰਬਰ 2, they were also mouthpiece of God, ਉਹ ਖੁਦਾ ਦੀ ਆਵਾਜ਼ ਵੀ ਬਣਦੇ ਹਨ ਜਦੋਂ ਖੁਦਾ ਦੀ ਨਬੂਵਤ, ਖੁਦਾ ਦਾ ਕਲਾਮ ਜਦੋਂ ਪਹੁੰਚਦਾ ਸੀ। ਨੰਬਰ 3, ਜਿਹੜੀ ਗਵਰਨਮੈਂਟ ਦਾ ਨਿਜ਼ਾਮ ਸੀ, ਪੋਲੀਟੀਕਲ ਅਰੀਨਾ ਜਿਹੜਾ ਸੀ, ਉਹਨੂੰ ਵੀ ਮੈਨੇਜ ਕਰਦੇ ਹਨ ਜਾਂ ਉੱਥੇ ਵੀ ਖਿਦਮਤ ਕਰਦੇ ਹਨ। ਸੋ ਅਸੀਂ ਵੇਖਦੇ ਹਾਂ ਕਿ ਤਿੰਨੇ ਚੀਜ਼ਾਂ ਇੰਟਰਪੁਆਇੰਟ ਹੁੰਦੀਆਂ ਹਨ ਔਰ ਖੁਦਾ ਦੀ ਬਾਦਸ਼ਾਹੀ ਔਰ ਖੁਦਾ ਦਾ ਜਿਹੜੇ ਕਿੰਗਡਮ ਹੈ, ਜਿਹੜੀ ਬਨੀ ਇਸਰਾਇਲ ਦੇ ਵਸੀਲੇ ਕਾਇਮ ਖੁਦਾ ਨੇ ਕਰਨੀ ਸੀ ਜਾਂ ਕੀਤੀ ਖੁਦਾ ਨੇ, ਜਿਹੜੀ ਉਹਦੇ ਵਿੱਚ ਇਹ ਤਿੰਨੇ ਪਿਲਰਸ ਦਾ ਬੜਾ ਅਹਿਮ ਕਿਰਦਾਰ ਹੈ। ਰਿਲੀਜੀਅਸ ਵਰਸ਼ਿਪ, ਖੁਦਾ ਦੀ ਹਜ਼ੂਰੀ, ਖੁਦਾ ਦੀ ਆਵਾਜ਼ ਔਰ ਖੁਦਾ ਦੀ ਬਾਦਸ਼ਾਹੀ ਔਰ ਉਹਦੇ ਉਸ ਵਰਸ਼ਿਪ ਦੇ ਵਸੀਲੇ ਖੁਦਾ ਦੇ ਕਲਾਮ, ਖੁਦਾ ਦੇ ਆਇਨ, ਖੁਦਾ ਦੇ ਲਾਅ ਜਿਹੜਾ ਵੇ ਉਹਨੂੰ ਬਾਕੀ ਦੁਨੀਆ ਤੱਕ ਕੀ ਕਰਨਾ, ਉਹਨੂੰ ਫੈਲਾਣਾ। ਸੋ ਅਸੀਂ ਵੇਖਦੇ ਹਾਂ ਕਿ ਜ਼ਬੂਰ ਇਹਦੇ ਵਿੱਚ ਆਸਫ ਜਿਹੜਾ ਵੇ, ਤੁਸੀਂ ਵੇਖਿਆ ਨਾ ਕੱਲ ਜ਼ਬੂਰ 82 ਕੀਤਾ ਸੀ ਔਰ ਉਹ ਅਸਮਾਨੀ ਕੌਂਸਲ ਦਾ ਜ਼ਿਕਰ ਕਰਦਾ ਹੈ, ਠੀਕ ਹੈ ਨਾ, ਔਰ ਅਸਮਾਨੀ ਕੌਂਸਲ ਤੋਂ ਬਾਅਦ ਉਹ ਕਹਿੰਦਾ ਵੇ ਕਿ ਜੀ ਜਿਹੜੀ ਅਸਮਾਨੀ ਕੌਂਸਲ ਹੈ ਐਲੋਹੀਮ ਦੀ, ਖੁਦਾ ਦੀ ਜਿਹੜੀ ਕੌਂਸਲ ਹੈ, ਅਸਲ ਹਕੂਮਤ ਉੱਥੋਂ ਆਪਰੇਟ ਹੁੰਦੀ ਹੈ ਔਰ ਉਹ ਥੱਲੇ ਜ਼ਮੀਨ ਦੇ ਉੱਤੇ ਮੁਖਤਲਿਫ ਬਾਦਸ਼ਾਹਾਂ ਨੂੰ ਔਰ ਮੁਖਤਲਿਫ ਹਕੂਮਤਾਂ ਨੂੰ, ਮੁਖਤਲਿਫ ਪ੍ਰਿੰਸੈਸ ਨੂੰ ਉਹ ਕੀ ਕਰਦੇ ਨੇ ਕਿ ਉਹ ਡੈਲੀਗੇਟ ਕਰਦੇ ਨੇ ਕਿ ਤੁਹਾਂ ਕਿੰਜ ਥੱਲੇ ਜ਼ਮੀਨ ਤੇ ਹਕੂਮਤ ਕਰਨੀ ਹੈ, ਅਦਾਲਤ ਕਰਨੀ ਹੈ। ਉਹਦੇ ਬਾਅਦ ਦਿਲਚਸਪ ਗੱਲ ਜਿਹੜੀ ਹੈ ਨਾ, ਉਹ ਜਿਹੜਾ ਇਹ ਜ਼ਬੂਰ ਦੇ ਵਿੱਚ ਜਿਹੜਾ ਆਸਫ ਜਿਹੜੀ ਗੱਲ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਨ ਕਹਿਣ ਡਿਆ ਵੇ ਕਿ ਜਿਨ੍ਹਾਂ ਲੋਕਾਂ ਨੂੰ ਹਕੂਮਤਾਂ ਦਿੱਤੀਆਂ ਗਈਆਂ ਸਨ, ਜਿਨ੍ਹਾਂ ਦੇ ਹੈਂਡਓਵਰ ਕੀਤੀਆਂ ਗਈਆਂ ਸਨ ਬਾਦਸ਼ਾਹੀਆਂ, ਉਹ ਕਰਪਟ ਹੋ ਗਏ। ਮਤਲਬ ਉਹ ਬਜਾਏ ਇਹਦੇ ਕਿ ਉਹ ਖੁਦਾ ਦੇ ਹੁਕਮ ਨੂੰ, ਖੁਦਾ ਦੇ ਲਾਅ ਨੂੰ ਔਰ ਖੁਦਾ ਦੇ ਸਟੇਟਸ ਨੂੰ ਬਿਆਨ ਕਰਦੇ, ਉਹ ਕਰਪਟ ਹੋ ਕੇ ਤੇ ਉਹਨਾਂ ਜਿਹੜਾ ਵੇ ਨਾ ਉਹਨਾਂ ਤਰਫਦਾਰੀ ਕਰਨੀ ਸ਼ੁਰੂ ਕਰ ਦਿੱਤੀ। ਉਹ ਆਪੀ ਵੀ ਕਰਪਟ ਹੋ ਗਏ, ਲੋਕਾਂ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਹੋ ਗਏ, ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਖੁਦਾ ਨੂੰ ਆਪ ਥੱਲੇ ਆ ਕੇ ਤੇ ਉਹਨਾਂ ਨੂੰ ਹਟਾ ਕੇ ਤੇ ਉਹਨਾਂ ਦੀ ਜਗ੍ਹਾ ਤੇ ਨਵੀਂ ਹਕੂਮਤ, ਨਵੇਂ ਮੈਨੇਜਰਸ, ਨਵੀਂ ਸਟੈਬਲਿਸ਼ਮੈਂਟ ਜਿਹੜੀ ਉਹਨੂੰ ਕੀ ਕਰਨਾ ਪਿਆ, ਖੁਦਾ ਨੂੰ ਉਹਨੂੰ ਕਾਇਮ ਕਰਨਾ ਪਿਆ। ਇਸ ਲਈ ਵੇਖੋਗੇ ਕਿ ਬਾਈਬਲ ਮੁਕੱਦਸ ਦੇ ਵਿੱਚ ਹਮੇਸ਼ਾ ਅਸੀਂ ਜਦੋਂ ਖੁਸ਼ਖਬਰੀ ਜਾਂ ਗੋਸਪਲ ਕਹਿੰਦੇ ਆ, ਗੋਸਪਲ ਅਸੀਂ ਕਿਹਦੀ ਗੋਸਪਲ ਕਹਿੰਦੇ ਆ, ਗੋਸਪਲ ਆਫ ਸੋ ਐਂਡ ਸੋ ਜਾਂ ਗੋਸਪਲ ਆਫ ਸੋ ਐਂਡ ਸੋ, ਗੋਸਪਲ ਆਫ ਕਿੰਗਡਮ, ਯਾਨੀ ਖੁਦਾ ਦੀ ਬਾਦਸ਼ਾਹੀ ਦੀ ਇੰਜੀਲ, ਬਾਦਸ਼ਾਹੀ ਦੀ ਖੁਸ਼ਖਬਰੀ ਹੈ। तो बादशाही का मतलब है कि there are certain values, there are certain law parameters, citizenship, bylaws, ਉਹਦਾ ਕੋਈ ਨਾ ਕੋਈ ਮੈਮੋਰੈਂਡਮ ਹੋਏਗਾ, ਸ਼ਰੀਅਤ ਦਾ ਕੋਈ ਨਾ ਕੋਈ ਉਹਦੇ ਅਸੂਲ ਹੋਣਗੇ, ਕੋਈ ਨਾ ਕੋਈ ਉਹਦੇ ਲਾਜ਼ ਹੋਣਗੇ ਜਿਹੜੇ ਫਾਲੋ ਕਰਨੇ ਪੈਂਦੇ ਨੇ। ਸੋ ਹੁਣ ਤੇ ਤੁਹਾਨੂੰ ਅੰਦਾਜ਼ਾ ਲਾਓ ਕਿ ਜ਼ਬੂਰ ਖਤਮ ਹੋ ਰਿਹਾ ਵੇ ਔਰ ਆਸਫ ਜਿਹੜਾ ਵੇ ਨਾ ਉਹ ਕਹਿੰਦਾ ਵੇ ਕਿ ਖੁਦਾਵੰਦ ਜਿਹੜੇ ਤੇਰੇ ਖਿਲਾਫ ਸਨ, ਜਿਨ੍ਹਾਂ ਨੂੰ ਤੂੰ ਜੱਜ ਕੀਤਾ ਵੇ ਨਾ, ਉਹਨਾਂ ਕੀ ਕੀਤਾ, ਹੁਣ ਉਹਨਾਂ ਜਿਹੜੀਆਂ ਥੱਲੇ ਹਕੂਮਤਾਂ ਜਿਹੜੀ ਤੂੰ ਹਕੂਮਤ ਕਾਇਮ ਕੀਤੀ ਨਾ ਉਹਦੇ ਖਿਲਾਫ ਹੋ, ਕਿਉਂਕਿ ਤੂੰ ਉੱਤੇ ਉਹਨਾਂ ਨੂੰ ਸਰਜ਼ਨਸ਼ ਕੀਤੀ ਹੈ, ਤੂੰ ਉੱਤੇ ਉਹਨਾਂ ਦੀ ਅਦਾਲਤ ਕੀਤੀ ਹੈ, ਤੂੰ ਤਖਤ ਲਾ ਕੇ ਬੈਠਾ ਵੇਂ। ਜਿਹੜੇ ਉਹਨਾਂ ਦੇ ਅੰਡਰ ਥੱਲੇ ਕਰਪਟ ਲੋਕ ਸਨ ਨਾ, ਉਹ ਜਿਹੜੀ ਤੇਰੀ ਬਾਦਸ਼ਾਹੀ ਤੂੰ ਖੜੀ ਕੀਤੀ ਹੈ ਨਾ ਉਹਦੇ ਖਿਲਾਫ ਹੋ ਗਏ ਨੇ, ਠੀਕ ਹੈ ਨਾ।
ਉਹਦੇ ਖਿਲਾਫ ਹੋ ਕੇ ਕੀ ਕਰਦੇ ਨੇ ਪਏ। ਸੋ ਕਹਿੰਦਾ ਜੀ ਐ ਖੁਦਾ ਇੱਥੇ ਲਫ਼ਜ਼ ਜਿਹੜਾ ਵੀ ਕੀ ਹੈ, ਪਰਮੇਸ਼ਵਰ ਹੈ ਜਾਂ ਕੀ ਹੈ ਤੁਹਾਡੇ ਕੋਲ ਪਹਿਲੀ ਆਇਤ ਦੇ ਵਿੱਚ? हे परमेश्वर चुप ना हो। ਓਕੇ ਜੀ, ਪਰਮੇਸ਼ਵਰ ਤੁਹਾਡੇ ਕੋਲ ਕੀ ਹੈ ਜੀ ਸੁਜੋਤੀ? सेम है, हे परमेश्वर तू चुप ना रह। ਠੀਕ ਹੈ, ਓਕੇ ਜੀ। ਤੁਸੀਂ ਵੇਖਦੇ ਆ ਕਿ ਪਰਮੇਸ਼ਵਰ ਦਾ ਲਫ਼ਜ਼ ਆ ਵੇਖਿਆ ਵੇ ਕਿ ਜਿਹੜਾ ਤਰਜਮਾ ਹੋਇਆ ਵੇ ਉਹ ਹੋਇਆ ਵੇ ਐਲੋਹੀਮ ਤੋਂ। ਓਰੀਜਨਲ ਹਿਬਰੂ ਵਰਡ ਹੈ ਉੱਥੇ ਐਲੋਹੀਮ, ਠੀਕ ਹੈ, ਕਿਉਂਕਿ ਖੁਦਾਵੰਦ ਜਿਹੜਾ ਤਰਜਮਾ ਹੋਇਆ ਲਫ਼ਜ਼ ਸਾਡੇ ਕੋਲ ਉੱਥੇ ਯਹੋਵਾ ਦਾ ਤਰਜਮਾ ਕੀਤਾ ਗਿਆ ਖੁਦਾਵੰਦ ਨੂੰ। ਲੇਕਿਨ ਪਰਮੇਸ਼ਵਰ ਜਿੱਥੇ ਆਏਗਾ ਜਾਂ ਇਹ ਖੁਦਾ ਜਿੱਥੇ ਆਏਗਾ that is Hebrew Elohim। ਸੋ ਅਸੀਂ ਵੇਖਦੇ ਆ ਕਿ ਕੀ ਜੀ ਇਹ ਖੁਦਾ ਨੰਬਰ 1 ਉਹ ਕਹਿੰਦਾ ਖਾਮੋਸ਼ ਨਾ ਰਹੇ, ਔਰ ਇਹ ਖੁਦਾਵੰਦ ਚੁੱਪਚਾਪ ਨਾ ਰਹੇ ਔਰ ਖਾਮੋਸ਼ੀ ਇਖਤਿਆਰ ਨਾ ਕਰ। ਕਿਉਂ? ਕਿਉਂਕਿ ਜਿਹੜੇ ਲੋਕ ਜਿਹੜੇ ਦੁਸ਼ਮਣ ਹੋ ਗਏ ਨੇ, ਜਿਹੜੇ ਥੱਲੇ ਜ਼ਮੀਨ ਤੇ ਜਿਨ੍ਹਾਂ ਨੇ ਉਦਮ ਮਚਾਤਾ, ਉਹਨਾਂ ਨੇ ਪਰੇਡ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਆਪਣੇ ਮਿਜ਼ਾਈਲ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਨੇ, ਉਹਨਾਂ ਆਪਣੇ ਗਨਸ ਚਲਾ ਕੇ ਵੇਖਣੀਆਂ ਸ਼ੁਰੂ ਕਰ ਦਿੱਤੀਆਂ ਨੇ, ਉਹਨਾਂ ਆਪਣੇ ਸੈਟੇਲਾਈਟ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਨੇ। ਕਿਉਂਕਿ ਤੂੰ ਚੁੱਪੇ ਤੇ ਇਸ ਲਈ ਉਹ ਆਂਢ ਗੁਆਂਢ ਲਈ ਕੀ ਪਾਉਂਦੇ ਨੇ? ਸ਼ੋਰ ਪਾਉਂਦੇ ਨੇ, ਠੀਕ ਹੈ ਨਾ। ਤੂੰ ਵੇਖਿਆ ਹੈਗਾ ਸਾਡੇ ਨਾ ਪਿੰਡਾਂ ਥਾਵਾਂ 'ਚ ਮਹੱਲਿਆਂ 'ਚ ਪੰਜਾਬ ਵਿੱਚ ਜਾਂ ਪਾਕਿਸਤਾਨ ਜਾਂ ਮਹੱਲਿਆਂ 'ਚ ਵੀ ਨਾ, ਉਹ ਜਿਹੜਾ ਕੋਈ ਬੰਦਾ ਨਵਾਂ ਡੈਕ ਲੈ ਕੇ ਆਉਂਦਾ ਹੁੰਦਾ ਸੀ ਨਾ, ਉਹ ਛੱਤ ਤੇ ਰੱਖ ਕੇ ਨਾ ਡੈਕ ਨਵਾਂ ਲਾ ਕੇ ਤੇ ਉਹਨੇ ਜਨਾਬ ਉੱਚੀ ਉੱਚੀ ਗਾਣੇ ਲਾ ਹੜਨੇ, ਠੀਕ ਹੈ ਨਾ। ਅੱਛਾ, ਉਹਦੇ ਮੁਕਾਬਲੇ ਤੇ ਜਿਹਦੇ ਘਰ ਦੂਜਾ ਡੈਕ ਹੋਣਾ ਕਹਿਣ ਲੈ ਇਹਦੀ ਏਡੀ ਉੱਚੀ ਆਵਾਜ਼, ਅਸੀਂ ਇਧਰ ਆਪਣੀ ਆਵਾਜ਼ ਸੁਣਾਉਂਦੇ ਹਾਂ ਹੁਣ, ਠੀਕ ਹੈ ਨਾ। ਮਤਲਬ ਉਹਨੇ ਉਦੋਂ ਉੱਚੇ ਵੋਲੀਅਮ ਤੋਂ ਡੈਕ ਲਾ ਦੇਣਾ ਵੇ। ਇੰਝ ਗੱਡੀਆਂ 'ਚ ਤੁਸੀਂ ਵੇਖੋਗੇ ਲੋਕੀ ਗੱਡੀਆਂ 'ਚ ਫੁੱਲ ਵੋਲੀਅਮ ਕਰਕੇ ਜਿਹੜਾ ਵੇ ਨਾ ਉਹ ਜਨਾਬ ਗੱਡੀਆਂ ਡਰਾਈਵ ਕਰਦੇ ਹੁੰਦੇ ਨੇ, ਤਾਂ ਕਿ ਲੋਕੀ ਮੋਟਰ ਬਾਈਕ ਇੱਥੇ ਵੇਖਿਆ ਨਾ ਹਾਰਲੇ ਡੇਵਿਡਸਨ ਬਾਈਕ ਨੇ ਇੱਥੇ ਲੋਕੀ ਹੁੰਦੇ ਨੇ ਜਦੋਂ ਉਹ ਜਨਾਬ ਫੁੱਲ ਵੋਲੀਅਮ ਕਰਕੇ ਤੇ ਬਾਈਕ ਦੇ ਉੱਤੇ ਚੱਲਦਾ ਹੁੰਦਾ ਕੰਮ, ਠੀਕ ਹੈ। ਆ ਮੇਰੇ ਦੋਵੇਂ ਮੁੰਡੇ ਨੇ ਗੱਡੀ ਜਦੋਂ ਬਹਿੰਦੇ ਨਾ, ਮੈਨੂੰ ਕਹਿੰਦੇ ਡੈਡਾ ਸ਼ੀਸ਼ੇ ਨੀਚੇ ਕਰੇ, ਸ਼ੀਸ਼ੇ ਥੱਲੇ ਕਰਕੇ ਨਾ ਤੇ ਫਿਰ ਆਪਣਾ ਰੈਪ ਮਿਊਜ਼ਿਕ ਲਾਉਣਗੇ, ਤਾਂ ਕਿ ਫਿਰ ਨਾ ਇੰਜ ਬਾਹਰ ਰੱਖ ਕੇ ਬਹਿਣਗੇ ਕੰਨੇ ਉੱਤੇ, ਤਾਂ ਕਿ ਵੇਖਣ ਹੈ, ਤਾਂ ਕਿ ਜਰਾ ਨਾ ਮਾਹੌਲ ਬਣੇ ਕਿ ਜੀ ਬॉयਜ਼ ਆਰ ਸਿਟਿੰਗ ਇਨ ਅ ਕਾਰ ਕਾਈਂਡ ਆਫ, ਠੀਕ ਹੈ। ਤੇ ਉਹ ਨਾ ਉਹਦੀ ਆਂਦਾ ਖੁਦਾਵੰਦ ਤੂੰ ਚੁੱਪ ਬੈਠਾ ਮੈਂ, ਇੰਨਾ ਸ਼ੋਰ ਨਾ ਪਾਇਆ ਗਵਾਂਢੀਆਂ ਸਾਡਿਆਂ ਨੇ, ਠੀਕ ਹੈ। ਤੇ ਤੂੰ ਵੀ ਕੋਈ ਆਵਾਜ਼ ਕੱਢ, ਤੂੰ ਵੀ ਕੋਈ ਸਾਨੂੰ ਆਪਣਾ ਉੱਠ ਕੇ ਖਲੋਦਾ, ਤੂੰ ਵੀ ਕੋਈ ਲਲਕਾਰਾ ਮਾਰ, ਤਾਂ ਕਿ ਪਤਾ ਲੱਗੇ ਕਿ ਅਸੀਂ ਵੀ ਮੌਜੂਦ ਹਾਂ, ਠੀਕ है ना। लेकिन क्योंकि तुझसे अदावत रखने वालों ने सर उठाया है और उन्होंने सिर की चुकिया वे वो तेरे लोगों के खिलाफ, यानी आंदा खुदावन जिहड़े तेरे लोग ने ना उन्हां दे खिलाफ नंबर 1 मनसूबा ते बनदे ने। लेकिन मनसूबा किवें बनदे ने? दे आर एम्बुश, मक्कारी नाल मनसूबा बनदे ने। एक ना कि दुश्मन सामने वे ओके जी दिस इज अ फाइट, ओके। एक हुंदा वे अंदर खाते मंजी मीटिंगां करनियां, फोन कॉल घुमाणियां, ओदे जरिए इंज कराना, ओदे जरिए इंज कराना, फलाने दे जरिए इंज कराना, ठीक है ना। मतलब एक हुंदा वे कि पिछे बह के प्लान करना मक्कारी दे नाल कि जी ताकि पता लगे कि जी पिछे कोई होर लोग बैठे ने और अगे वो बैक उन्हां दा फेस कोई होर वहाण दे ने, ठीक है। सो मक्कारी करदे ने, मक्कार लोग ने। और ओदे बाद की लिखिया और उनके खिलाफ जो तेरी पनाह में है मंजी मीटिंग करते हैं, ठीक है। मैं पंजाबी लफ्ज यूज करन दिया, की करते हैं? मेरे को उर्दू च लिखिया भी मशवरा करते हैं, तुहाडे कोल की लिखिया जी? आपस में की करते हैं? मत मताउंदे ने। मत वाह वाह, मत मताउंदे ने, हां जी वाह। तुहाडे कोल की है जी? गोश्तां गंढदे। हां जी, तुहाडे कोल की है सिस्टर ज्योति? लफ्ज की थे? ਉਹ ਤੇਰੇ ਲੋਕਾਂ ਦੇ ਵਿਰੋਧ ਕਪਟੀ ਚਾਲ ਬਣਾਉਂਦੇ ਹਨ। ਹਾਂ, ਇਹਦੋਂ ਅਗਲੀ ਕੀ ਲਿਖਿਆ? ਅਤੇ ਉਹ ਉਹਨਾਂ ਦੇ ਵਿਰੋਧ ਵਿਉਂਤਾਂ ਰਚਦੇ ਹਨ। ਕੀ ਵੱਜਦੇ ਨੇ? ਵਿਉਂਤਾਂ ਬਣਾਉਂਦੇ ਹਨ, ਰਚਦੇ ਹਨ। ਓਕੇ, ਵਿਉਂਤ ਬਣਾਉਣੀ, ਸਕੀਮਾਂ ਬਣਾਉਣੀਆਂ, ਸਕੀਮਾਂ ਹੈ ਨਾ, ਬਹਿ ਕੇ ਮੀਟਿੰਗਾਂ ਕਰਨੀਆਂ ਤੇ ਇਹ ਕਰਨਾ ਤੇ ਉਹ ਕਰਨਾ ਤੇ, ਠੀਕ ਹੈ ਨਾ, ਕਿ ਜੀ ਹੁਣ ਕੀ ਹੋ ਗਿਆ ਤੇ ਹੁਣ ਅੱਗੇ ਹਾਂ ਕੀ ਕਰਨਾ ਤੇ ਜਨਾਬ ਇਹ ਤੇ ਇਹ ਹੋ ਗਿਆ ਤੇ ਉਹ ਹੋ ਗਿਆ। ਲੇਕਿਨ ਜਿਹੜਾ ਇੱਥੇ ਲਫ਼ਜ਼ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਵਾਂ ਨਾ, ਉਹ ਪਤਾ ਕੀ ਹੈ? ਜਿਹੜਾ ਇੱਥੇ ਹਿਬਰੂ ਵਰਡ ਨਾ ਕਿ ਉਨਕੇ ਖਿਲਾਫ ਜੋ ਤੇਰੀ ਪਨਾਹ में है ਜਾਂ ਤੇਰੇ ਲੋਕ ਨੇ, ਇਹਦਾ ਮਤਲਬ ਹੈ ਕਿ ਖੁਦਾਵੰਦ ਉਹ ਲੋਕ ਜਿਹੜੇ ਤੇਰੇ ਜਿਨ੍ਹਾਂ ਨੂੰ ਤੂੰ ਲੁਕਾ ਕੇ ਰੱਖਿਆ ਆਪਣੇ ਵਾਸਤੇ, ਓਕੇ। मतलब those are hidden treasure, ਉਹ ਐਸਾ ਖਜ਼ਾਨਾ ਵੇ, ਉਹ ਐਸੀ ਜਗ੍ਹਾ ਵੇ, ਉਹ ਐਸਾ ਇੱਕ ਤੇਰਾ ਟ੍ਰੈਜਰ ਹੈ ਕਿ ਜਿਹਨੂੰ ਇਹ ਲੋਕ ਕੀ ਕਰਨਾ ਚਾਹੁੰਦੇ ਨੇ? ਇਹ ਲੋਕੀ ਉਹਨੂੰ ਚੋਰੀ ਕਰਨਾ ਚਾਹੁੰਦੇ ਨੇ, ਇਹ ਲੋਕੀ ਉਹਦੇ ਖਿਲਾਫ ਖੜੇ ਹੋ ਗਏ ਨੇ, ਉਹਨੂੰ ਬਰਬਾਦ ਕਰਨਾ ਚਾਹੁੰਦੇ ਨੇ, ਠੀਕ ਹੈ। ਔਰ ਇਹ ਖਜ਼ਾਨਾ ਕੀ ਹੈ? ਖਜ਼ਾਨਾ ਕੌਣ ਹੈ? ਲੋਕਾਂ ਨੂੰ ਕਿਹਾ ਗਿਆ ਵੇ, ਲੇਕਿਨ ਖੁਦਾ ਜਦੋਂ ਇਹ ਖਜ਼ਾਨੇ ਨੂੰ ਬਿਆਨ ਕਰਦਾ, ਕਿਵੇਂ ਬਿਆਨ ਕਰਦਾ? ਜਿਹੜਾ ਪੜ੍ਹੋ ਜੀ ਕੂਚ 19 ਬਾਬ ਤੇ 5ਵੀਂ ਆਇਤ। ਸਿਸਟਰ ਸੁੰਬਲ ਤੁਸੀਂ ਜਰਾ ਕੱਢਿਓ ਕੋਲੋਸੀਅਨਸ ਚੈਪਟਰ 3 ਵਰਸ 3, ਨਵੇਂ ਨਾਮੇ ਦੇ ਵਿੱਚ ਐਪੀਸਲ ਟੂ ਕੋਲੋਸੀਅਨਸ, ਕੁਲਸੀਓਂ ਦੀ ਕਲੀਸਿਆਂ ਦੇ ਨਾਮ ਖਾਤੇ ਤੀਸਰੇ ਬਾਬ ਦੀ ਤੀਸਰੀ ਆਇਤ ਹੈ। ਤੇ ਅੰਕਲ ਜੋਸ਼ੂਆ ਤੁਹਾਂ ਦੂਜੇ ਬਾਬ ਦੀ 17ਵੀਂ ਆਇਤ ਪੜ੍ਹਨੀ ਹੈ ਰੈਵਲੇਸ਼ਨ ਦੀ। 17ਵੀਂ ਹਾਂ 17ਵੀਂ ਜੀ। ਸਿਸਟਰ ज्योति मैं पढ़ांगी कुछ दी किताब ओदी 19 बाब ओदा 5 है।
ਹੁਣ ਜੇਕਰ ਤੁਸੀਂ ਮੇਰੇ ਨੇਮ ਦੀ ਪਾਲਣਾ ਕਰੋਗੇ ਅਤੇ ਮੇਰੀ ਆਵਾਜ਼ ਸੁਣੋਗੇ ਤਾਂ ਤੁਸੀਂ ਮੇਰੇ ਖਾਸ ਚੁਣੇ ਹੋਏ ਲੋਕ ਠਹਿਰੋਗੇ। ਬੇਸ਼ੱਕ ਸਭ ਧਰਤੀਵਾਸੀ ਮੇਰੇ ਹੀ ਹਨ। ਓਕੇ ਜੀ, ਖੁਦਾ ਨੇ ਕਿਹਾ ਹੈ ਤਾਂ ਸਾਰੀ ਕੌਮਾਂ ਮੇਰੀਆਂ, ਧਰਤੀ ਮੇਰੀ ਹੈ, ਲੇਕਿਨ ਤੁਸੀਂ ਜਦੋਂ ਤੁਸੀਂ ਮੇਰੇ ਸਟੇਟਸ ਨੂੰ, ਮੇਰੇ ਆਇਨ ਨੂੰ ਬਿਆਨ ਕਰੋਗੇ ਤੇ ਤੁਸੀਂ ਬਾਕੀ ਸਾਰੀ ਕੌਮਾਂ ਨਾਲੋਂ ਮੇਰੇ ਕੀ ਬਣ ਜਾਓਗੇ? ਮੇਰੇ ਬਹੁਤ ਖਾਸ ਹੋ ਜਾਓਗੇ। ਓਕੇ, ਮੇਰੇ ਬਹੁਤ ਕਰੀਬ ਹੋ ਜਾਓਗੇ, ਮੇਰਾ ਖਜ਼ਾਨਾ ਬਣ ਜਾਓਗੇ, ਮੇਰੇ ਮਾਈ ਪ੍ਰੈਸ਼ੀਅਸ। ਤੁਹਾਨੂੰ ਯਾਦ ਹੈ ਨਾ ਲਾਰਡ ਆਫ ਦ ਰਿੰਗਸ ਦੇ ਵਿੱਚ ਉਹ ਜਿਹੜਾ ਇੱਕ ਅਜੀਬ ਜੀ ਮਖਲੂਕ ਹੁੰਦਾ ਵੇ, ਠੀਕ ਹੈ ਨਾ, ਉਹਦਾ ਨਾਮ ਮੇਰੇ ਜ਼ਿਹਨ 'ਚ ਨਹੀਂ ਆਉਂਦਾ। ਲਾਰਡ ਆਫ ਦ ਰਿੰਗਸ ਵੇਖੀ ਕਿਸੇ ਨੇ? ਨਹੀਂ ਵੇਖੀ? ਉਹ ਨਾ ਵੱਡੀਆਂ ਵੱਡੀਆਂ ਖਾਣਾ ਨਹੀਂ ਹੁੰਦਾ, ਔਰ ਮੇਰੇ ਦੇ ਨਾਂ ਨਹੀਂ ਆ ਰਿਹਾ ਕੀ ਕਰੈਕਟਰ ਬੰਦੇ ਦਾ ਨਾਮ ਹੈ, ਲੇਕਿਨ ਉਹਨਾਂ ਰਿੰਗ ਨੂੰ ਕਹਿੰਦਾ ਵੇ, ਜਦੋਂ ਰਿੰਗ ਵਹਿੰਦਾ ਨਾ, ਲਾਰਡ ਆਫ ਰਿੰਗ ਨੂੰ ਜਦੋਂ ਰਿੰਗ ਵਹਿੰਦਾ ਵੇ, ਆਂਦਾ ਓ ਮਾਈ ਪ੍ਰੈਸ਼ੀਅਸ ਇੰਜ ਕਰਕੇ ਕਹਿੰਦਾ ਵੇ, ਠੀਕ ਹੈ ਨਾ। ਤੇ ਉਹ ਮਤਲਬ ਰਿੰਗ ਜਿਹੜੀ ਉਹ ਪ੍ਰੈਸ਼ੀਅਸ ਹੈ ਉਹਦੇ ਵਾਸਤੇ, ਕਿਉਂਕਿ ਰਿੰਗ ਦੇ ਅੰਦਰ ਪਾਵਰ ਹੈ। ਖੁਦਾ ਇੱਥੇ ਕਹਿ ਰਿਹਾ ਹੈ ਕਿ ਯੂ ਬਿਕਮ ਮਾਈ ਓਨ, ਮਾਈ ਟ੍ਰੈਜਰ, ਕਿਉਂਕਿ ਤੁਹਾਡੇ ਕੋਲ ਮੇਰੀ ਬਾਦਸ਼ਾਹੀ ਦੇ, ਮੇਰੇ ਕੰਮਾਂ ਦੇ, ਮੇਰੇ ਆਇਨ ਦੇ ਤੁਹਾਡੇ ਕੋਲ ਭੇਦ ਹੋਣਗੇ। ਯੂ ਬਿਕਮ ਮਾਈ ਟ੍ਰੈਜਰ, ठीक है जी। सिस्टर सुंबल कोलोसियंस चैप्टर 3 वर्स 3 और उसके बाद मुकाशवासी पढ़ाएंगे 2:17। माइक अनम्यूट कर लो। कुलसियों 3 बाब 3 आयत, क्योंकि तुम मर गए और तुम्हारी जिंदगी मसीह के साथ खुदा में पोशीदा है। ओके, की है जी? कंसील्ड। ਤੁਹਾਡੀ ਜ਼ਿੰਦਗੀ ਜਿਹੜੀ ਹੈ, ਤੁਸੀਂ ਦੁਨੀਆ ਨਾਲੋਂ ਕੀ ਹੋ ਗਏ? ਮਰ ਗਏ, ਲੇਕਿਨ ਤੁਹਾਡੀ ਲਾਈਫ ਜਿਹੜੀ ਹੈ ਮਸੀਹ ਦੇ ਵਿੱਚ ਕੀ ਹੈ? ਇਟ ਹੈਜ਼ ਬੀਨ ਸਿਕਿਉਰਡ, ਇਟ ਹੈਜ਼ ਬੀਨ ਟ੍ਰੈਜਰਡ, ਇਟ ਹੈਜ਼ ਬੀਨ ਕੰਸੀਲਡ ਇਨ ਕ੍ਰਾਈਸਟ। ਠੀਕ ਹੈ, ਹਾਂਜੀ ਅੰਕਲ ਜੀ ਆਪਣਾ ਮਾਈਕ ਅਨਮਿਊਟ ਕਰ ਲਓ। ਪ੍ਰਕਾਸ਼ ਪੋਥੀ ਉਹਦਾ 2 ਬਾਬ ਦੀ 17ਵੀਂ ਆਇਤ, ਜਿਹਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹਨੂੰ ਮੈਂ ਗੁਪਤ ਮਨ ਵਿੱਚੋਂ ਦਿਆਂਗਾ, ਅਤੇ ਮੈਂ ਉਹਨੂੰ ਇੱਕ ਚਿੱਟਾ ਪੱਥਰ ਦਿਆਂਗਾ, ਅਤੇ ਉਸ ਪੱਥਰ ਉੱਤੇ ਇੱਕ ਨਵਾਂ ਨਾਮ ਲਿਖਿਆ ਹੋਇਆ ਹੈ, ਜਿਹਨੂੰ ਉਹਦੇ ਲੈਣ ਵਾਲੇ ਤੋਂ ਛੁੱਟ ਹੋਰ ਕੋਈ ਨਹੀਂ ਜਾਣਦਾ ਹੈ। Here you go, ਗੁਪਤ, secret, okay? मतलब that is what God is actually calling, कि चूंकि बाकी दुनिया दे कौमां मेरियां है ही नहीं, but you are my precious, you are more than anybody else। क्यों? इस ਲਈ कि ਤੁਹਾਡੇ ਕੋਲ ਉਹ ਭੇਦ ਨੇ, ਤੁਹਾਡੇ ਕੋਲ ਉਹ ਗੁਪਤ ਚੀਜ਼ਾਂ ਨੇ, ਤੁਹਾਡੇ ਕੋਲ ਉਹ ਸੀਕ੍ਰੇਸੀ ਹੈ ਜਿਹੜੀ ਹੋਰ ਕਿਸੇ ਕੋਲ ਕੋਈ ਨਹੀਂ ਹੈ। ਠੀਕ ਹੈ, ਮੈਂ ਨਾ ਪਿਛਲੇ ਦਿਨਾਂ ਸਾਡੇ ਰੋਮਨ ਕੈਥੋਲਿਕ ਜਿਹੜਾ ਸਾਡੇ ਕਰਾਚੀ ਡਾਇਸਸ ਹੈ ਉਹਦੇ ਚ ਇੱਕ ਫਾਦਰ ਜੀ ਨੇ, ਬੜੇ ਅੱਛੇ ਦੋਸਤ ਨੇ ਮੇਰੇ, ਔਰ ਮੇਰੇ ਇਲਾਕਾ ਜਿਹੜਾ ਈਸਾ ਨਗਰੀ ਕਰਾਚੀ ਦਾ, ਉੱਥੋਂ ਦੇ ਉਹ ਇਸ ਵੇਲੇ ਪੈਰਿਸ਼ ਪ੍ਰੀਸਟ ਨੇ, ਉਹਨਾਂ ਦੇ ਨਾਲ ਕੋਈ ਸਿਸਟਰਸ ਵੀ ਨੇ, ਲੇਕਿਨ ਉਹ ਸਿਸਟਰਸ ਐਸੀਆਂ ਨੇ, ਅਗਰ ਤੁਸੀਂ ਰੋਮਨ ਕੈਥੋਲਿਕ ਮੁਖਤਲਿਫ ਜਾਣਦੇ ਹੋ ਸਕੂਲਸ ਨੂੰ ਜਾਂ ਸੈਕਸ਼ਨਸ ਨੂੰ, ਉਹਦੇ ਵਿੱਚ ਕੁਝ ਸਿਸਟਰ ਹੁੰਦੀਆਂ ਨੇ ਜਿਹੜੀਆਂ ਖਿਦਮਤ ਤੇ ਕਰਦੀਆਂ ਨੇ, ਲੇਕਿਨ ਉਹ ਪਬਲਿਕ ਫੇਸ ਨਹੀਂ ਵਿਖਾਉਂਦੀਆਂ। ਓਕੇ, ਦੇ ਨੈਵਰ ਕਮ ਟੂ ਇਨ ਅ ਪਬਲਿਕ। ਠੀਕ ਹੈ, ਔਰ ਉਹਨਾਂ ਜਦੋਂ ਮੈਨੂੰ ਈਮੇਲ ਕੀਤੀ, ਉਹ ਸਿਸਟਰ ਨੇ ਮੇਰੇ ਨਾਲ ਕਮਿਊਨੀਕੇਟ ਕੀਤਾ, ਕਿਉਂਕਿ ਅਸੀਂ ਇੱਕ ਲਿਟਰਜੀਕਲ ਪ੍ਰੋਗਰਾਮ ਕਰਨ ਲੱਗੇ ਹਾਂ, ਹੋਰ ਖੁਦਾ ਨੇ ਚਾਹਿਆ ਤੇ ਲਾਈਵ ਸਟ੍ਰੀਮ ਕਰਾਂਗੇ ਉਹਨਾਂ ਸਿਸਟਰ ਦੇ ਨਾਲ ਤੇ ਫਾਦਰ ਦੇ ਨਾਲ ਰਲ ਕੇ। ਤੇ ਉਹਨਾਂ ਮੈਨੂੰ ਕਿਹਾ, as you know that I cannot come to the screen because our life is secured and secret in Christ। Interesting, ਠੀਕ ਹੈ ਨਾ। ਅੱਜ ਦੇ ਦੌਰ ਦੇ ਵਿੱਚ ਸੋਸ਼ਲ ਮੀਡੀਆ ਜਿਹਨੇ ਹਰ ਬੰਦੇ ਨੂੰ ਜਨਾਬ ਵਾਲੀ ਹੱਥ 'ਚ ਫੋਨ ਦੇ ਕੇ, ਕੈਮਰਾ ਦੇ ਕੇ ਤੇ ਐਕਸਪੋਜ਼ ਕਰਾਇਆ ਹੋਇਆ ਵੇ, ਹਰ ਬੰਦੇ ਨੂੰ ਸ਼ੌਕ ਹੈ ਕਿ ਜਨਾਬ ਮੈਨੂੰ ਲੋਕੀ ਜਾਣਨ ਔਰ ਮੈਨੂੰ ਲੋਕੀ ਸੁਣਨ। ਅਸੀਂ ਵੇਲੋ ਸਾਹ ਲਿਆ ਬਗੈਰ 2 ਮਹੀਨੇ ਅਸੀਂ ਹਰ ਰੋਜ਼ ਸ਼ਾਮ ਨੂੰ 8 ਵਜੇ ਕੈਮਰਾ ਔਨ ਕਰਕੇ ਬਹਿ ਜਾਂਦੇ ਹਾਂ। ਠੀਕ ਹੈ, ਔਰ ਅਸੀਂ ਜਨਾਬ ਆਪਣੇ ਆਪ ਨੂੰ ਪੇਸ਼ ਕਰਨ ਡਏ ਆ ਕਿ ਜੀ ਖੁਦਾ ਦਾ ਸਾਡੇ ਕੋਲ ਪਤਾ ਨਹੀਂ ਕਿੱਡਾ ਕੋ ਵੱਡਾ ਖਜ਼ਾਨਾ ਹੈ, ਅਸੀਂ ਪਤਾ ਨਹੀਂ ਕੀ ਪੇਸ਼ ਕਰਨ ਡਏ ਆ, ਕਾਈਂਡ ਆਫ। ਠੀਕ ਹੈ, ਮੈਂ ਕੰਪੇਅਰ ਕਰ ਰਿਹਾ ਹਾਂ, ਬਟ देयर आर स्टिल पीपल एक्चुअली कि those who serve God, those who have a secret life in Christ, और ਕਿਸੇ ਨੂੰ ਪਤਾ ਹੀ ਕੋਈ ਨਹੀਂ ਕੌਣ ਨੇ। ਠੀਕ ਹੈ ਨਾ, ਇੰਟਰਸਟਿੰਗਲੀ। ਔਰ ਤੁਹਾਨੂੰ ਯਾਦ ਹੈ ਰੋਜ਼ਿਆਂ ਦੇ ਦਿਨਾਂ 'ਚ ਯਿਸੂ ਮਸੀਹ ਨੇ ਕੀ ਕਿਹਾ ਸੀ, ਜਦ ਤੂੰ ਦੁਆ ਕਰੇ ਤਾਂ ਕੀ ਕਰ, ਆਪਣੇ ਕੋਠਰੀ ਜਾ, अपना दरवाजा बंद कर। ਇਹਦਾ ਮਤਲਬ ਹੈ ਨਹੀਂ ਕਿ ਪਬਲਿਕ ਦੁਆ ਨਹੀਂ ਕਰਨੀ ਚਾਹੀਦੀ ਜਾਂ ਗੈਦਰਿੰਗ ਨਹੀਂ ਕਰਨੀ ਚਾਹੀਦੀ। ਇਹਦਾ ਮਤਲਬ ਹੈ ਵੇ ਕਿ ਤੇਰੀ ਜਿਹੜੀ ਸਪਿਰਿਚੁਅਲ ਲਾਈਫ ਹੈ ਨਾ, ਤੇਰੀ ਜਿਹੜੀ ਸੀਕ੍ਰੇਟ ਲਾਈਫ ਹੈ, ਜਿਹੜੀ ਲੋਕਾਂ ਨੂੰ ਸਪਿਰਿਚੁਅਲਿਟੀ ਵਿਖਾਉਣ ਦੀ ਕੋਈ ਲੋੜ, ਲੋਕਾਂ ਦੇ ਸਾਹਮਣੇ ਹੰਗਾਰੇ ਨਾਰੇ ਮਾਰਨ ਦੀ, ਲੋਕਾਂ ਨੂੰ ਆਪਣਾ ਸ਼ੋਅ ਕਰਨ ਦੀ ਕੋਈ ਲੋੜ ਕੋਈ ਨਹੀਂ ਕਿ ਤੂੰ ਕਿੱਡਾ ਕੁ ਰੂਹਾਨੀ ਹੈ, ਕਿੱਡਾ ਕੁ ਨਹੀਂ। ਦਿਸ ਇਜ਼ योर इंटरनल मैटर। ठीक है ना। ਉੱਥੇ ਜਿਸਨੇ ਕਿਹਾ ਕਿ ਤਬ ਤੇਰਾ ਬਾਪ ਜੋ पोशीदगी में है तुझे जानता, तुझे क्या देगा, तुझे रिवॉर्ड देगा। सो एक्चुअली ਅਸੀਂ ਵੇਖਦੇ ਹਾਂ ਕਿ ਪੂਰੀ ਕੌਮ ਹੀ ਖੁਦਾ ਕਹਿ ਰਿਹਾ ਹੈ ਕਿ ਤੁਸੀਂ ਮੇਰਾ ਖਜ਼ਾਨਾ, ਤੁਸੀਂ ਮੇਰਾ ਗੁਪਤ ਜਿਹੜਾ ਉਹ ਟ੍ਰੈਜਰ ਹੋ,
ਔਰ ਤੁਸੀਂ ਕਿਉਂ ਗੁਪਤ ਟ੍ਰੈਜਰ ਹੋ? ਕਿਉਂਕਿ ਬਾਕੀ ਕੌਮਾਂ ਦੇ ਮੁਕਾਬਲੇ 'ਚ ਤੁਹਾਡੇ ਕੋਲ ਜਿਹੜੇ ਆਇਨ, ਤੁਹਾਡੇ ਕੋਲ ਜਿਹੜਾ ਲਾਅ, ਤੁਹਾਡੇ ਕੋਲ ਜਿਹੜੀ ਸ਼ਰੀਅਤ ਹੈ ਨਾ, ਕਿਸੇ ਹੋਰ ਕੋਲ ਕੋਈ ਨਹੀਂ ਹੈ। That make you unique. That make you secure and my precious possession. ਠੀਕ ਹੈ ਨਾ ਬਾਈ? ਤੁਸੀਂ ਵੇਖੋ, ਤੁਸੀਂ ਆਪਣੇ ਘਰ ਹੈ ਸਾਰ ਨਾਲ ਮਹਿੰਗੀ ਸ਼ੈ ਜਿਹੜੀ ਹੈ, ਸਾਰ ਨਾਲ ਕੀਮਤੀ ਸ਼ੈ, ਉਹਨੂੰ ਕਿੱਥੇ ਰੱਖਦੇ ਹੋ? ਐਵੇਂ ਰੱਖ ਛੱਡਦੇ ਹੋ ਕਿ ਉਹਨੂੰ ਸੰਭਾਲ ਕੇ ਰੱਖਦੇ ਹੋ? ਸੰਭਾਲ ਕੇ। ਠੀਕ ਹੈ ਨਾ? ਕੀਮਤੀ ਤੋਂ ਕੀਮਤੀ ਹੀਰਾ ਹੋਏ, ਕੀਮਤੀ ਤੋਂ ਕੀਮਤੀ ਕੋਈ ਹਾਰ ਹੋਏ, ਕੀਮਤੀ ਤੋਂ ਕੀਮਤੀ ਕੋਈ ਫੋਨ ਹੋਏ, ਜਾਂ ਕੋਈ ਵੀ ਚੀਜ਼ ਹੈ ਸਾਡੇ ਕੋਲ, ਵਾਟ ਐਵਰ ਪੋਜੈਸ਼ਨ ਹੋਏ, ਅਸੀਂ ਉਹਨੂੰ ਕੀ ਕਰਨੇ ਆ? ਅਸੀਂ ਉਹਨੂੰ ਸਿਕਿਉਰ ਕਰਨੇ, ਉਹਨੂੰ ਸਾਂਭ ਕੇ ਰੱਖਣੇ ਆ ਕਿ ਇਹ ਕਿਤੇ ਗਵਾਚ ਨਾ ਜਾਏ, ਇਹ ਕਿਤੇ ਮੈਲੀ ਨਾ ਹੋ ਜਾਏ, ਮਤਲਬ ਇਹ ਕਿਤੇ ਕਿਸੇ ਗਲਤ ਹੱਥਾਂ 'ਚ ਨਾ ਲੱਗ ਜਾਏ। ਠੀਕ ਹੈ ਨਾ? ਸੋ ਵੀ ਕੀਪ ਸਿਕਿਉਰ। ਦੈਟਸ ਦ ਆਈਡੀਆ ਜਿਹੜਾ ਹੈ ਨਾ ਇੱਥੇ ਖੁਦਾ ਕਹਿ ਰਿਹਾ ਵੇ, ਖੁਦਾ ਦਾ ਬੰਦਾ ਕਹਿ ਰਿਹਾ ਵੇ ਕਿ ਖੁਦਾਵੰਦ ਅਸੀਂ ਤੇਰੇ ਲੋਕ ਆ, ਤੇਰੀ ਖਾਸ ਮਲਕੀਅਤ ਆ, ਔਰ ਦੁਸ਼ਮਣ ਕੀ ਕੀਤਾ ਵੇ ਕਿ ਉਹ ਇਹਨੂੰ ਮਿਟਾ ਦੇਣਾ ਚਾਹੁੰਦਾ ਵੇ। ਅੱਗੇ ਵੇਖੋ ਚੌਥੀ ਆਇਤ ਕੀ ਕਰ ਰਹੀ ਹੈ? ਉਹਨਾਂ ਨੇ ਕਿਹਾ ਹੈ ਕਿ आओ हम इससे क्या करें, काट डालें, क्योंकि इन्हां दी कौम ही ना रवे। ओहो। और अगे आंदे ने और इस्राइल के नाम का फिर जिक्र ना हो। तुसी ये वेखोगे कि पहली सिंस द ज्यूइश कौम ਜਦੋਂ ਦੀ ਆਬਾਦ ਹੋਈ ਹੈ, ਭਾਵੇਂ ਜਦੋਂ ਦੇ ਮਿਸਰ ਯਾਕੂਬ ਦੇ 12 ਬੇਟੇ ਖੁਦਾ ਨੇ ਦਾ ਨਾਮ ਇਸਰਾਇਲ ਰੱਖਿਆ ਵੇ। ਠੀਕ ਹੈ ਨਾ? ਬਲਕਿ ਉਹਦੇ ਪੈਦਾ ਹੋਣ ਤੋਂ ਪਹਿਲਾਂ ਵੀ ਕਲਾਮ ਇਹ ਲਿਖਿਆ ਵੇ ਜਦੋਂ ਦੋ ਕੌਮਾਂ ਜਦੋਂ ਰਬਕਾ ਤੋਂ ਪੈਦਾ ਹੋਣੇ ਨਾ, ਯਾਕੂਬ ਤੇ ਈਸਾਊ, ਉਹਨੇ ਕਿਹਾ ਜੀ ਦੋ ਕੌਮਾਂ ਤੇਰੇ ਪੇਟ 'ਚ ਲੜਨ ਡਈਆਂ ਨੇ। ਇਹ ਦੋ ਬੱਚੇ ਨਹੀਂ ਨੇ, ਬਲਕਿ ਇਹ ਕੀ ਨੇ? ਇਹ ਦੋ ਨੇਸ਼ਨਸ ਨੇ। ਵੱਡਾ ਛੋਟੇ ਦੀ ਖਿਦਮਤ ਕਰੇਗਾ। ਮਤਲਬ ਖੁਦਾ ਦਾ ਇੰਤਜ਼ਾਮ ਵੇਖੋ ਕਿ ਖੁਦਾ ਨੇ ਜ਼ਮੀਨ ਤੇ ਆਉਣ ਤੋਂ ਪਹਿਲਾਂ ਹੀ, ਉਹਨਾਂ ਦੇ ਜ਼ਮੀਨ ਤੇ ਬੋਡੀ ਫਾਰਮ ਹੋਣ ਤੋਂ ਪਹਿਲਾਂ ਖੁਦਾ ਨੇ ਉਹਨਾਂ ਦੇ ਜਿਹੜੇ ਨਸਲਾਂ ਪੈਦਾ ਹੋਣਗੀਆਂ, ਗॉड हैज प्रीडेस्टिन्ड ਕਿ ਕੌਣ ਕੀ ਕਰੇਗਾ। ਠੀਕ ਹੈ? ਕਰ ਜੀ ਕਿ ਔਰ ਤੁਸੀਂ ਵੇਖੋਗੇ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਤੁਸੀਂ ਵੇਖ ਲਓ, ਹਿਸਟਰੀ ਚੁੱਕ ਕੇ ਵੇਖ ਲਓ। ਅਗਰ ਅਸੀਂ ਵੱਡੇ ਚੰਦ ਇੱਕ ਨਾਂ ਲੈ ਲਈਏ, ਮਿਸਰ ਦੇ ਵਿੱਚ ਉਹਨਾਂ ਪਲੋਠੇ ਮਾਰਨ ਦੀ ਕੋਸ਼ਿਸ਼ ਕੀਤੀ, ਨਸਲ ਖਤਮ ਕਰ ਦਿੱਤੀ ਜਾਏ। ਠੀਕ ਹੈ? ਉਹਦੇ ਬਾਅਦ ਜਦੋਂ ਆ ਕੇ ਵਸੇ ਨੇ ਫਿਰ ਫਿਲਿਸਤੀਆਂ ਨੇ ਕਿੰਨੀ ਵਾਰੀ ਕੋਸ਼ਿਸ਼ ਕੀਤੀ। ਫਿਰ ਐਸਤਰ ਮਲਕਾ ਜਦੋਂ ਬਾਬਲੀ ਸੀਰੀ 'ਚ ਗਏ ਨੇ, ਬਾਬਲੀ ਕੌਮ ਨੇ ਪੂਰਾ ਯਰੂਸ਼ਲਮ ਤਬਾਹ ਬਰਬਾਦ ਕਰ ਦਿੱਤਾ, ਔਰ ਉਹਨਾਂ ਨੂੰ ਮਿਕਸ ਕਰਨ ਦੀ ਕੋਸ਼ਿਸ਼ ਕੀਤੀ, ਬਟ ਦੇ ਕੇਮ ਬੈਕ ਅਗੇਨ। ਜਦੋਂ ਵਾਪਸ ਆਏ ਨੇ, ਤੁਹਾਨੂੰ ਯਾਦ ਹੋਏਗਾ ਕਿ ਐਸਤਰ ਮਲਕਾ ਦੇ ਦੌਰ 'ਚ, ਬਲਕਿ ਬਾਏ ਦਾ ਵੇ ਅੱਜ ਸ਼ਾਮ ਨੂੰ ਪੁਰੀਮ ਸ਼ੁਰੂ ਹੋ ਗਈ ਹੈ। ਅੱਜ ਸ਼ਾਮ ਨੂੰ ਐਸਤਰ ਮਲਕਾ ਦੀ ਈਦ ਪੁਰੀਮ ਸ਼ੁਰੂ ਹੋ ਗਈ, ਅੱਜ ਸ਼ਾਮ ਤੋਂ ਕੱਲ ਤੱਕ ਚੱਲੇਗੀ। ਸੋ ਸੰਡੇ ਨੂੰ I will focus on Queen Esther and what is the significance of the book of Esther ਸਾਡੀ ਜ਼ਿੰਦਗੀ ਦੇ ਵਿੱਚ, ਔਰ ਚਰਚ ਦਾ ਕੀ ਅਹਿਮ ਕਿਰਦਾਰ ਹੈ book of Esther ਦਾ, ਤੇ ਉਹਦੇ ਅਸੀਂ ਫੋਕਸ ਕਰਾਂਗੇ। ਲੇਕਿਨ ਐਸਟਰ ਦੇ ਦੌਰ ਵਿੱਚ ਉਹਨਾਂ ਪਤਾ ਹਮਾਨ ਨੇ ਪੂਰਾ ਪਲਾਨ ਬਣਾਇਆ ਕਿ ਪੂਰੀ ਕੌਮ ਨੂੰ ਮਲੀਆਮੈਟ ਕਰ ਦੇ। ਠੀਕ ਹੈ? ਇਹਦੇ ਬਾਵਜੂਦ ਉਹ ਬਚ ਗਏ। ਪਹਿਲੀ ਸੈਂਚਰੀ ਦੇ ਵਿੱਚ ਜਦੋਂ ਯਿਸੂ ਮਸੀਹ ਨੂੰ ਰਿਜੈਕਟ ਕਰਨ ਦੀ ਵਜ੍ਹਾ ਨਾਲ ਉਹਨਾਂ ਦੀ ਅਦਾਲਤ ਹੋਈ ਹੈ, ਤੇ ਰੋਮਨ ਕੌਮ ਨੇ ਯਹੂਦੀਆਂ ਨੂੰ ਤਬਾਹ ਬਰਬਾਦ ਕਰ ਦਿੱਤਾ, ਉਦੋਂ ਵੀ ਉਹ ਫਿਰ ਬਚ ਗਏ। ਉਹਦੇ ਬਾਅਦ ਅਸੀਂ ਵੇਖਦੇ ਹਾਂ 10ਵੀਂ 12ਵੀਂ ਸਦੀ ਦੇ ਵਿੱਚ ਜਦੋਂ ਆਟੋਮਨ ਅੰਪਾਇਰ ਆਈ ਹੈ, ਉਹਨਾਂ ਨੇ ਵੀ ਉਹਨਾਂ ਨੂੰ ਜਨਾਬ ਮਲੀਆਮੈਟ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਬਚ ਗਏ। ਨਾਜ਼ੀਆਂ ਨੇ 60 ਲੱਖ ਤੋਂ ਜ਼ਿਆਦਾ ਯਹੂਦੀ ਮਾਰੇ, ਉਹਨਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਬਚ ਗਏ। ਐਂਡ ਨਾਓ 1948 ਤੋਂ ਬਾਅਦ ਜਦੋਂ ਸਟੇਟ ਕਾਇਮ ਹੋਈ ਹੈ, ਅਰਬ ਇਸਰਾਇਲ ਵਾਰ ਆਈ ਹੈ, ਉਹਦੇ ਬਾਅਦ ਫਿਰ 1966 ਦੇ ਵਿੱਚ ਅਰਬ ਇਸਰਾਇਲ ਵਾਰ ਆਈ। ਵੇਖੋਗੇ ਕਿ ਖੁਦਾ ਅੱਜ ਤੱਕ ਏਡੀ ਕਦੀਮ ਕੌਮ ਜਿਹੜੀ ਕਿ 5000 ਸਾਲਾਂ ਤੋਂ ਜ਼ਮੀਨ ਦੇ ਉੱਤੇ ਆਬਾਦ ਹੋਏ, ਔਰ ਉਹਨਾਂ ਦੀ ਜਨਰੇਸ਼ਨ ਚੱਲਦੀ ਹੋਏ, ਅੱਜ ਤੱਕ ਉਹਨਾਂ ਦੇ ਕੰਪੈਰੀਟਿਵ ਦੁਨੀਆ ਦੀ ਕੋਈ ਕੌਮ ਆਬਾਦ ਨਹੀਂ ਹੈ। ਉਹਨਾਂ ਦੇ ਨਾਲ ਦੀਆਂ ਸਾਰੀਆਂ ਮਿਟ ਗਈਆਂ, ਪਤਾ ਹੀ ਕੋਈ ਨਹੀਂ ਕਿੱਥੇ ਨੇ ਕਿੱਥੇ ਨਹੀਂ ਨੇ। ਲੇਕਿਨ this is God's promise, ਖੁਦਾ ਦੇ ਵਾਅਦੇ। ਅਗਰ ਕਿਸੇ ਨੂੰ ਖੁਦਾ ਦੀ ਐਗਜ਼ਿਸਟੈਂਸ ਤੇ ਸ਼ੱਕ ਹੈ ਤੇ ਯਹੂਦੀ ਕੌਮ ਦੀ ਤਾਰੀਖ ਪੜ੍ਹ ਕੇ ਵੇਖ ਲੈ, they will convince ਕਿ ਖੁਦਾ ਮੌਜੂਦ ਹੈ। ਠੀਕ ਹੈ ਨਾ? ਸੋ ਅਸੀਂ ਵੇਖਦੇ ਹਾਂ, ਉਹ ਕਹਿੰਦਾ ਕਿ ਏਕਾ ਕਰਕੇ ਉਹਨਾਂ ਕਿਹਾ ਕਿ ਕੌਮ ਹੀ ਨਾ ਰਵੇ। ਸੋ ਹੁਣ ਹੈ ਕੌਣ ਨੇ? ਠੀਕ ਹੈ? ਤੁਸੀਂ ਅਗਰ ਨਾ ਪੜੋਗੇ ਨਾ ਤੇ ਜ਼ਰਾ ਕਾਊਂਟ ਕਰਿਓ ਕਿੰਨੀਆਂ ਕੌਮਾਂ ਬਣਦੀਆਂ ਨੇ। ਉਹ ਤੇਰੇ ਖਿਲਾਫ ਅਹਿਦ ਬਾਂਧਤੇ। ਅੱਛਾ, ਦਿਲਚਸਪ ਗੱਲ ਹੈ ਵੇ ਕਿ ਨਾ ਸਿਰਫ ਉਹਨਾਂ ਏਕਾ ਕੀਤਾ ਵੇ, ਬਲਕਿ ਉਹਦੇ ਬਾਅਦ ਉਹਨਾਂ ਨੇ ਅਲਾਈਅੰਸ ਨੂੰ ਵੀ, ਕੋਵੈਨੈਂਟ ਵੀ ਸਾਈਨ ਕੀਤਾ ਵੇ। ਠੀਕ ਹੈ? ਤਾਂ ਕਿ ਸਾਡੇ ਚੋਂ ਕੋਈ ਮੁਕਰ ਨਾ ਜਾਏ। ਔਰ ਕੀ ਕਹਿੰਦਾ ਜੀ? ਨੰਬਰ 1 ਅਦੂਮ, ਨੰਬਰ 2 ਇਸਮਾਈਲੀ, ਨੰਬਰ 3 ਮੁਆਬੀ, ਨੰਬਰ 4 ਹਾਜਰੀ, number 5 Jabal, number 6 Ammon, number 7 Amalek, number 8 Palestine, number 9 Sur ke bashinde, and number 10 Assur bhi inse mila hua hai। Okay, interestingly ਗੱਲ ਹੈ ਵੇ, ਤਾਰੀਖ ਦੇ ਵਿੱਚ ਕਦੀ ਵੀ ਇਹਨਾਂ 10 ਕੌਮਾਂ ਨੇ ਕਦੀ ਵੀ ਏਕਾ ਕਰਕੇ 4-4 5-5 ਦਾ ਏਕਾ ਜ਼ਰੂਰ ਬਣਦਾ ਰਿਹਾ। ਠੀਕ ਹੈ?
4 जने रल के 5 जने रल के आ गए 6 जने रल के आ गए लेकिन 10 कौमां इर्द गिर्द वसन वालियां ਜਿਹੜੀਆਂ ਨੇ ਅੱਜ ਵੀ ਬਨੇ ਇਸਰਾਇਲ ਕੌਮ ਤੁਹਾਨੂੰ ਪਤਾ ਵੀ ईरान ਦਾ ਕੀ ਪਿਛਲੇ ਦਿਨਾਂ ਦੇ ਵਿੱਚ ਇੱਕ ਉਹਨਾਂ ਨਾਰਾ ਬਣਾਇਆ ਸੀ कि जी इसराइल को सफाई हस्ती से मिटा देंगे ठीक है ना सेम आयत ਅੱਜ ਵੀ ਜਿਹੜੇ ਇਸਰਾਇਲ ਦੇ ਪੋਲੀਟੀਕਲ ਦੁਸ਼ਮਣ ਨੇ ਔਰ ਉਹਨਾਂ ਦੇ ਖਿਲਾਫ ਨੇ ਅੱਜ ਵੀ ਉਹ ਸੇਮ ਫਰੇਜ਼ ਯੂਜ਼ ਕਰਦੇ ਨੇ ਕਿ ਇਹਨਾਂ ਦਾ ਨਾਮ ਸਫਾ ਸੀ ਤੋਂ ਕੀ ਕਰ ਦਾਂਗੇ ਮਿਟਾ ਦਵਾਂਗੇ ਇਹਨਾਂ ਦਾ ਜ਼ਿਕਰ ਵੀ ਵਿਲ ਵਾਈਪ them ਆਊਟ ਠੀਕ ਹੈ ਅੱਜ ਵੀ ਉਹ ਕਰਦੇ ਨੇ 10 ਕੌਮਾਂ ਕਦੇ ਕਦੇ ਮੈਂ ਹੈਰਾਨ ਹੁੰਨਾ ਕਿ ਵਾਈ 10 ਐਕਚੁਅਲੀ ਵੇਖਿਆ ਜਾਏ ਨਾ ਅਗਰ 10 ਜਿਹੜਾ ਨਾ ਇੱਕ ਇਨਫਿਨਿਟੀ ਵਰਡ ਹੈ ठीक है ना इन्फिनिट नजार करते क्योंकि जिन्हें मर्जी जीरो लगाई जाओ फिर ना ठीक है ना मतलब इन्फिनिट हो गया so that's encompass unlimited innumerable लेकिन 10 ਜਿਹੜੇ ਨੇ ਇੱਥੇ ਜਿਓਗ੍ਰਾਫਿਕਲੀ ਅੱਜ ਵੀ ਤੁਸੀਂ ਵੇਖੋਗੇ ਕਿ ਬਨੀ ਇਸਰਾਇਲ ਦੇ ਖਿਲਾਫ ਅਗਰ ਪੂਰੇ ਮਿਡਲ ਈਸਟ ਦੇ ਵਿੱਚ ਅਗਰ ਤੁਸੀਂ ਕੌਮਾਂ ਗਿਣ ਲਵੋ ਤੇ ਅੱਜ ਵੀ ਇਹ 10 ਜਾਂ 10 ਹੀ ਨੇ ठीक है मुख्तलिफ अलायंस बना के मुख्तलिफ काम करके मुख्तलिफ तरीकों के नाल जिहड़ा ना अज भी इसराइल के खिलाफ काम चलन दिया वे लेकिन इस प्रोफेसी नूं नवे ऐदनामे दे विच जिहड़ा वे इहनूं किवें बयान किया गया जरा खोलो जी मुकाशफा दी किताब 17 बाब ते 12 तो 13 आयत किन्ने पढ़नी सी हां जी you will see the connection कि खास तौर पे एस्केटोलॉजिकल फ्यूचर जिहड़ी वर्ल्ड वॉर है हर मजदून दी लड़ाई है या जिहड़ा जिक्र किया गया मुकाशफा दी किताब दे विच भी ਉਹ इन्हां 10 ਕੌਮਾਂ ਦੇ ਆਲੇ ਦੁਆਲੇ ਘੁੰਮਦੀ ਹੈ ਹਾਂਜੀ ਪੜ੍ਹੋ ਜੀ ਪ੍ਰਕਾਸ਼ ਦੀ ਪੋਥੀ ਉਹਦਾ 17ਵਾਂ ਚੈਪਟਰ ਮੈਂ ਪੜਾਂਗਾ 12 ਤੇ 13 ਆਇਤ ਉਹ 10 ਸਿੰਘ ਜਿਹੜੇ ਤੈਂ ਵੇਖੇ ਉਹ 10 ਰਾਜੇ ਹਨ ਜਿਨ੍ਹਾਂ ਨੂੰ ਅਜੇ ਰਾਜ ਨਹੀਂ ਮਿਲਿਆ ਪਰ ਉਸ ਦਰਿੰਦੇ ਦੇ ਨਾਲ 1 ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨੂੰ ਇਖਤਿਆਰ ਮਿਲਦਾ ਹੈ ਇਹਨਾਂ ਦਾ ਇੱਕੋ ਮਤ ਹੈ ਅਤੇ ਇਹ ਆਪਣੀ ਸਮਰੱਥਾ ਅਤੇ ਇਖਤਿਆਰ ਉਸ ਦਰਿੰਦੇ ਨੂੰ ਦਿੰਦੇ ਹਨ ਠੀਕ ਹੈ ਜੀ ਕਿੰਨੇ ਸਿਰਾਂ ਵਾਲਾ ਆਇਆ ਜੀ ਬਾਹਰ ਕਿੰਨੇ ਸਿਰ ਨੇ ਉਹਦੇ 10 ਠੀਕ ਹੈ ਸੋ ਐਕਚੁਅਲੀ ਜ਼ਬੂਰ 83 ਨੂੰ ਫੋਲੋ ਕਰਦਿਆਂ ਹੋਇਆਂ ਯਹੋਨਾ ਜਦੋਂ ਮੁਕਾਸ਼ਫਾ ਲਿਖਦਾ ਵੇ ਤੇ ਉਹ ਇਹਨਾਂ 10 ਹਕੂਮਤਾਂ ਨੂੰ ਇੱਕ 10 ਸਿਰਾਂ ਵਾਲੇ 20 ਦੀ ਤਸ਼ਬੀਹ ਦਿੰਦਾ ਵੇ ਕਿ ਜਿਹੜੇ ਏਕਾ ਕਰਕੇ ਤੇ ਆਪਣੀ ਸਾਰੀ ਕਮਾਂਡ ਜਿਹੜੀ ਏ ਉਹ ਇੱਕ ਵੱਡੇ 20 ਨੂੰ ਦੇ ਦੇਣਗੇ ਕਿ ਜਿਹੜਾ ਖੁਦਾ ਦੇ ਲੋਕਾਂ ਦੇ ਖਿਲਾਫ ਕੀ ਕਰੇਗਾ ਲੜਾਈ ਲੜੇਗਾ ਠੀਕ ਹੈ ਜੀ that's when are going to happen we doesn't know लेकिन there are certain prophecies predictions ਮੌਜੂਦ ਨੇ ਕਿ ਜਦੋਂ ਬਲੱਡ ਮੂਨ ਹੁੰਦਾ ਵੇ ਤੁਹਾਨੂੰ ਯਾਦ ਹੈ ਬਲੱਡ ਮੂਨ ਦਾ ਮਤਲਬ ਕੀ ਜਦੋਂ ਲਿਊਨਰ ਐਕਲਿਪਸ ਹੁੰਦਾ ਵੇ ਠੀਕ ਹੈ ਸੋ ਲਿਊਨਰ ਐਕਲਿਪਸ ਤੁਸੀਂ ਨਾਸਾ ਦੀ ਵੈਬਸਾਈਟ ਕੱਢ ਕੇ ਵੇਖ ਲਓ ਸਾਇੰਸ ਉਹਨੂੰ ਪ੍ਰੂਫ ਕਰਦੀ ਏ ਕਿ ਲਿਊਨਰ ਐਕਲਿਪਸ ਦਾ ਮਤਲਬ ਹੈ ਵੇ ਕਿ ਇਸ ਸਾਲਾਂ 'ਚ ਕਿੰਨੀ ਵਾਰੀ ਹੋਇਆ ਵੇ ਉਹਨੂੰ ਤੁਸੀਂ ਹਿਸਟਰੀ ਵੇਖ ਲਓ ਸਿਰਫ ਮੈਂ ਤੁਹਾਨੂੰ 2 ਮਿਸਾਲਾਂ ਦੇਣ ਲੱਗਾ ਵਾਂ ਉਹਨੇ ਕਿਹਾ ਜੀ last time ਜਦੋਂ lunar eclipse ਹੋਇਆ ਸੀ that was 1400 and I think 1296 ਜਾਂ 1496 ਸੀ ਜਦੋਂ ਯੂਰਪ ਦੇ ਵਿੱਚ ਯਹੂਦੀਆਂ ਦੇ ਖਿਲਾਫ ਇੱਕ ਬੜਾ ਵੱਡਾ ਮੈਸਾਕਰ ਸ਼ੁਰੂ ਹੋਇਆ ਸੀ ਠੀਕ ਹੈ ਦੂਜੇ ਨੰਬਰ ਤੇ ਕਹਿੰਦੇ ਨੇ ਜੀ ਕਿ ਜਦੋਂ ਹੋਇਆ ਵੇ ਜਦੋਂ 60 ਲੱਖ ਯਹੂਦੀ ਮਾਰੇ ਗਏ ਨੇ ਉਦੋਂ ਹੋਇਆ ਵੇ ਔਰ ਜਦੋਂ ਯਰੂਸ਼ਲਮ ਦੇ ਵਿੱਚੋਂ ਕੱਢੇ ਗਏ ਨੇ ਉਦੋਂ ਹੋਇਆ ਵੇ ਇਸ ਸਾਲ ਦੇ ਬਾਅਦ ਕਹਿੰਦੇ ਨੇ ਜੀ ਨਾਸਾ ਦੀ ਵੈਬਸਾਈਟ ਇਹ ਕਹਿ ਰਹੀ ਹੈ ਕਿ ਇਸ ਪੂਰੀ ਸਦੀ 'ਚ ਇੱਕ ਵੀ ਨਹੀਂ ਹੋਣਾ ਇੰਟਰਸਟਿੰਗਲੀ ਉਹਦੇ ਨੇ ਜਦੋਂ ਲਿਊਨਰ ਐਕਲਿਪਸ ਹੋਇਆ ਵੇ ਨਾ ਜਦੋਂ ਬਲੱਡ ਮੂਨ ਹੋਇਆ ਵੇ ਉਦੋਂ ਸਮਝੋ ਕਿ ਨਿਸ਼ਾਨੀ ਹੁੰਦੀ ਸੀ ਅਸਮਾਨ ਦੇ ਵਿੱਚ ਕਿ ਖੁਦਾ ਦੇ ਖਿਲਾਫ ਔਰ ਖੁਦਾ ਦੇ ਲੋਕਾਂ ਦੇ ਖਿਲਾਫ ਇਸਰਾਇਲ ਦੇ ਖਿਲਾਫ ਜ਼ਮੀਨ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਪੈਣ ਲੱਗੀ ਹੈ ਠੀਕ ਹੈ ਔਰ ਔਨ ਦਾ ਤਾਰੀਖ ਚੁੱਕ ਕੇ ਵੇਖ ਲਓ ਹੋਇਆ ਜਿਹੜੇ ਸਾਲ 'ਚ ਲਿਊਨਰ ਐਕਲਿਪਸ ਆਇਆ ਨਾ ਉਸ ਸਾਲ ਦੇ ਵਿੱਚ ਇਹ ਕੌਮ ਦੇ ਖਿਲਾਫ ਕੋਈ ਨਾ ਕੋਈ ਜੰਗ ਕੋਈ ਨਾ ਕੋਈ ਵੱਡਾ ਕੰਮ ਜ਼ਰੂਰ ਹੋਇਆ ਠੀਕ ਹੈ ਉਹ ਕਹਿੰਦੇ ਜੀ ਕਿ ਇਸ ਸਾਲ ਚੋ ਕਿ ਖੁਦਾ ਨੇ ਪਿਛਲੀ ਸਦੀ 'ਚ ਨੂੰ ਜਿਹੜੀ ਇਹ ਸਟੇਟ ਦੇ ਦਿੱਤੀ ਖੁਦਾ ਨੇ ਟੈਰੀਟਰੀ ਵਧਾ ਦਿੱਤੀ ਔਰ ਖੁਦਾ ਨੇ ਅਮਰੀਕਾ ਨੂੰ ਆਉਂਦੇ ਨੇ ਜੀ ਵੇਖੋ ਤੁਸੀਂ ਇੰਟਰਸਟਿੰਗਲੀ ਗੱਲ ਹੈ ਵੇ ਕਿ ਕ੍ਰਿਸਟੋਫਰ ਕੋਲੰਬਸ ਜਦੋਂ ਨਿਕਲਿਆ ਵੇ 1400 ਸਮਥਿੰਗ ਦੇ ਵਿੱਚ ਐਜ਼ਾਬੈਲਾ ਕੁਈਨ ਜਿਹੜੀ ਸੀ ਔਰ ਫਰਨਾਂਡੋ ਜਿਹੜਾ ਸਪੇਨ ਦਾ ਜਿਹੜਾ ਕਿੰਗ ਸੀ ਉਸ ਦੌਰ ਦੇ ਵਿੱਚ ਲਿਊਨਰ ਐਕਲਿਪਸ ਹੋਇਆ ਵੇ ਤੇ ਵੱਡਾ ਕੰਮ ਕੀ ਹੋਇਆ ਵੇ ਅਮਰੀਕਾ ਦਰਿਆਫਤ ਲੱਭਣ ਵੈਸਟ ਇੰਡੀਜ਼ ਗਿਆ ਸੀ ਲੱਭਣ ਨੇ ਕੀ ਲਿਆ ਅਮਰੀਕਾ ਠੀਕ ਹੈ ਇਸ ਲਈ ਵੇਖੋ ਕਿ ਸੈਕੰਡ ਵਰਲਡ ਵਾਰ ਦੇ ਬਾਅਦ ਅਗਰ ਅਮਰੀਕਾ ਨਾ ਹੁੰਦਾ ਅਲਾਇੰਸ ਨਾ ਹੁੰਦਾ ਤੇ ਕਦੀ ਵੀ ਯਹੂਦੀਆਂ ਦੀ ਸਟੇਟ ਕਾਇਮ ਨਾ ਹੁੰਦੀ ਅੱਜ ਵੀ ਸਾਰ ਨਾਲੋਂ ਜ਼ਿਆਦਾ ਸਿਕਿਉਰ ਔਰ ਸਾਰ ਨਾਲ ਜ਼ਿਆਦਾ ਤਾਦਾਦ ਯਹੂਦੀਆਂ ਦੀ ਕਿੱਥੇ ਰਹਿੰਦੀ ਹੈ ਅਮਰੀਕਾ ਦੇ ਵਿੱਚ
ठीक है, न्यूयॉर्क। सो कहते हैं जी अमेरिका हैज बिकम अ न्यू प्रॉमिस लैंड कि खुदा ने इंडी लम्मी तैयारी करके इन्ने सदियां खुदा तैयारी की थी और अज अमरीका जड़ा वे इट इज अ सेफ हेवन फॉर द ज्यूइश नेशन। ठीक है, सो ਅਸੀਂ ਵੇਖਦੇ ਪਏ ਕਿ ਜੀ ਕਿ 10 ਦੇ 10 ਲੋਕ 10 ਦੇ 10 ਕਮਾਂਡ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਔਰ ਦਿਲਚਸਪ ਪ੍ਰੋਫੈਸੀ ਜਿਹੜੇ ਲੋਕਾਂ ਲਿਖੀ ਹੈ ਆਬਜ਼ਰਵ ਕੀਤਾ ਵੇ ਉਹ ਕਹਿ ਰਹੇ ਨੇ ਕਿ ਜੀ ਅਗਲੀ ਐਸ ਪੂਰੀ ਸੈਂਚਰੀ ਦੇ ਵਿੱਚ ਕੋਈ ਲਿਊਨਰ ਇਕਲਿਪਸ ਨਹੀਂ ਆ ਰਿਹਾ। ਇਟ ਮੀਨਸ ਕਿ ਆ ਪੂਰੀ ਸੈਂਚਰੀ ਜੂਇਸ਼ ਨੇਸ਼ਨ ਵਿਲ ਰਾਈਜ਼ ਐਂਡ ਦੇ ਵਿਲ ਸਟਰੈਂਥਨ ਐਂਡ ਐਕਸਟੈਂਡ देयर ਟੈਰੀਟਰੀਜ਼। ਠੀਕ ਹੈ, ਅੱਛਾ ਹੁਣ ਅਸੀਂ ਲਾਸਟ ਪੁਆਇੰਟ ਆ ਲੈਂਦੇ ਹਾਂ। ਲਾਸਟ ਪੁਆਇੰਟ ਹੈ ਮੇਰੇ ਜੀਦੋ ਉਹ ਹੈ ਵੇ ਕਿ ਬਾਕੀ ਜ਼ਬੂਰਾਂ ਵਾਂਗੂ ਜ਼ਬੂਰ ਨਵੀਸ ਐਸ ਜ਼ਬੂਰ ਦੇ ਵਿੱਚ ਉਹਨਾਂ ਲੋਕਾਂ ਦੇ ਖਿਲਾਫ ਬਦਦੁਆ ਨਹੀਂ ਕਰਦਾ ਪਿਆ, ਉਹਨਾਂ ਨੂੰ ਮਾਰਨ ਦੀ, ਉਹਨਾਂ ਨੂੰ ਬਰਬਾਦ ਕਰਨ ਦੀ, ਡੈਵਸਟੇਟ ਕਰਨ ਦੀ ਉਹਨਾਂ ਦੀ ਦੁਆ ਨਹੀਂ ਕਰਨ ਦਿਆ, ਬਲਕਿ ਕੀ ਦੁਆ ਕਰਦਾ ਪਿਆ। ਠੀਕ ਹੈ ਜੀ, ਤੁਸੀਂ ਵੇਖੋਗੇ ਨਾ ਉਹਦਾ ਖੁਦਾਵੰ ਤੂੰ ਉੱਠ ਹੁਣ। अच्छा दिलचस्प गल है वे एक और चीज मैं नोट की है 12वीं आयत लिखा है उन जिन्होंने कहा है कि आओ हम खुदा की बस्तियों पर कब्जा कर लें। मेरे को बस्ती लिखा है लेकिन मैं अंकल जोशुआ सुनया उन्होंने कहा आओ असी खुदा दी चरागाह ते की कर लईए, कब्जा कर लईए, अपने काबू कर लईए। हाँ क्यों? क्योंकि खुदा दे लोग की ने ओदियां भेडां ने। ओके, ते जिहड़ी खुदा ने लैंड दित्ती उन्हां नूं ओ खुदा दी चरागाह वे। ठीक है, सो चरागाह दा मतलब है कि उन्हां दी रिसोर्सेस ते कब्जा कर लैन, ਉਹਨਾਂ ਨੂੰ ਭੁੱਖਿਆ ਮਾਰ ਦੇਣ ਔਰ ਉਹਨਾਂ ਦੀ ਪ੍ਰੋਟੈਕਸ਼ਨ, ਉਹਨਾਂ ਦੀ ਲਾਈਫ ਲਾਈਨ ਜਿਹੜੀ ਨਾ ਖਤਮ ਹੋ ਜਾਏ। ਠੀਕ ਹੈ, ਕਬਜ਼ਾ ਜਦੋਂ ਅਸੀਂ ਕਰ ਲਾਂਗੇ ਉਹ ਖੁਦਾ ਨੂੰ ਕਹਿੰਦਾ ਪਿਆ ਖੁਦਾਵੰ ਤੂੰ ਉੱਠ ਹੁਣ ਉਹਨਾਂ ਨੂੰ ਕਿਵੇਂ ਕਰ। ਹੁਣ ਵੇਖ ਉਹਨੇ ਕਹਿੰਦਾ ਜੀ ਉਹਨਾਂ ਨੂੰ ਤੂੰ ਗਰਦਨ ਕਰ ਦੇ, ਉਹਨਾਂ ਨੂੰ ਹਵਾ ਜਿਵੇਂ ਹਵਾ ਅੱਗੇ ਜਿਵੇਂ ਡੰਠਲ ਉੱਡ ਜਾਂਦਾ ਨਾ ਉਂਝ ਕਰ ਦੇ, ਉਹ ਅੱਗ ਜਿਹੜੀ ਜਲਾ ਦਿੰਦੀ ਹੈ ਪਹਾੜਾਂ 'ਚ, ਆਂਧੀ ਜਿਵੇਂ ਲੈ ਜਾਂਦੀ ਹੈ, ਤੂਫਾਨ ਨੂੰ ਪਰੇਸ਼ਾਨ ਕਰ ਦੇ। ਲੇਕਿਨ ਵੇਖੋ ਟੋਟਲ ਡਿਸਟਰਕਸ਼ਨ ਨਹੀਂ ਕਹੀ ਗਈ। ਠੀਕ ਹੈ, ਲੇਕਿਨ ਕੀ ਕਿਹਾ ਗਿਆ ਲਿਖਿਆ ਜੀ पहली गल जी 16वीं 17वीं आयत लिखा है ए खुदावंद, इत्थे हुण खुदावंद आया है लफ्ज याहवे। ठीक है, उनके चेहरों पे रुसवाई, उन्हां नूं शर्मिंदा कर, शेम उन्हां दे उत्ते आए और जो शर्मिंदा होंगे तो की करनगे वो तेरे नाम के तालिब हों। दैट्स इंटरेस्टिंग प्रे। मतलब बजाए दे के वो तेरे खिलाफ अपने हथियार बनान उल्टा तेनों लभणगे, तेरे तालिब हो जाएंगे, तालिबान बन जाएंगे। तालिबान साडे दूजे तालिबान नहीं जिहड़े खिलाफ करदे ने, बल्कि किहड़े तालिब जिहड़े तेनू लभदे ने, जिहड़े रूहानियत सीकर्स बन जान। ठीक है, उहदे बाद लिखिआ है वो हमेशा शर्मिंदा और परेशान रहें बल्कि वो रुसवा होकर हलाक हो जाएं। बल्कि 18वीं आयत कहती है वो जान लें दे नो कि तू जिहदा नाम यहोवा है सारी जमीन ते की है बुलंद बाला। सो एक्चुअली इत्थे की हो रहा वो कहंदा उन्हां नूं मारन दी बजाए ना तू उन्हां दा परसैप्शन चेंज कर दे, तू उन्हां नूं कन्वर्ट कर दे। ठीक है, मतलब वो तेनू पछाण लेन कि असल खुदा तू है, असल बादशाह तू है। ठीक है, सो दैट्स अ टास्क। सो मेरे जीजो 21वीं सदी दे विच मेरा और तुहाडा इत्थे की किरदार है। मैं तुहानूं अगे जिवें दस्सिया वे कि ਇਹ ਜਿਹੜੀ ਬਾਦਸ਼ਾਹੀ ਹੈ ਖੁਦਾ ਦੀ ਬਾਦਸ਼ਾਹੀ ਜਿਹੜੀ ਹੈ ਉਹ ਖੁਦਾ ਨੇ ਨਵਾਂ ਵਰਲਡ ਆਰਡਰ ਬਣਾਇਆ, ਖੁਦਾ ਨੇ ਵਰਲਡ ਆਰਡਰ ਪੇਸ਼ ਕੀਤਾ ਔਰ ਖੁਦਾ ਨੇ ਆਪਣੀ ਪੋਜੀਸ਼ਨ ਬਣਾਈ ਯਹੂਦੀਆਂ ਨੂੰ। ਠੀਕ ਹੈ, ਲੇਕਿਨ ਯਹੂਦੀ ਖੁਦਾ ਦੇ ਉਸ ਮਨਸੂਬੇ ਦੇ ਲਈ ਕੀ ਹੋ ਗਏ, ਨਾਕਾਮ ਹੋ ਗਏ। ਉਹਨਾਂ ਯਿਸੂ ਮਸੀਹ ਨੂੰ ਕੀ ਕਰ ਦਿੱਤਾ, ਰਿਜੈਕਟ ਕਰ ਦਿੱਤਾ। ਠੀਕ ਹੈ, ਜਿਹੜਾ ਖੁਦਾ ਨੇ ਨਵਾਂ ਵਰਲਡ ਆਰਡਰ ਦਿੱਤਾ ਨਾ ਯਿਸੂ ਮਸੀਹ ਦੇ ਜ਼ਰੀਏ, ਖੁਦਾ ਦੀ ਬਾਦਸ਼ਾਹੀ ਖੁਦਾ ਨੇ ਜੋ ਜ਼ਮੀਨ ਤੇ ਕਾਇਮ ਕੀਤੀ ਹੈ, ਖੁਦਾ ਨੇ ਨਵਾਂ ਰੂਲ ਦਿੱਤਾ, ਨਵਾਂ ਆਰਡਰ ਦਿੱਤਾ, ਨਵੇਂ ਲਾਜ਼ ਦਿੱਤੇ ਯਿਸੂ ਮਸੀਹ ਦੇ ਵਸੀਲੇ और नवी मैनेजर्स खड़े किए, यानी नवी एस्टैब्लिशमेंट खड़ी की जिन्होंने ਅਸੀਂ ਚਰਚ ਕਹਿੰਦੇ ਆ। ਠੀਕ ਹੈ, ਉਸ ਚਰਚ ਦੇ ਜ਼ਰੀਏ ਮੇਰਾ ਔਰ ਤੁਹਾਡਾ ਕੰਮ ਕੀ ਹੈ ਕਿ ਅਸੀਂ ਲੋਕਾਂ ਤੱਕ ਜਦੋਂ ਖੁਦਾ ਦਾ ਕਲਾਮ ਲੈ ਕੇ ਜਾਂਦੇ ਆ ਤੇ ਉਹ ਕਲਾਮ ਲੋਕਾਂ ਨੂੰ ਕੀ ਕਰਦਾ, ਉਹਨਾਂ ਦੀ ਜ਼ਿੰਦਗੀਆਂ ਨੂੰ ਕੀ ਕਰਦਾ, ਤਬਦੀਲ ਕਰਦਾ, ਉਹਨਾਂ ਦੇ ਜ਼ਿਹਨਾਂ ਨੂੰ ਤਬਦੀਲ ਕਰਦਾ ਵੇ ਔਰ ਉਹ ਖੁਦਾ ਨੂੰ ਪਛਾਣਦੇ ਨੇ ਔਰ ਖੁਦਾ ਦੇ ਤਾਲਬ ਬਣ ਜਾਂਦੇ ਨੇ। ਬਜਾਏ ਦੇ ਕਿ ਖੁਦਾ ਦੇ ਖਿਲਾਫ ਹੋਣ ਉਹ ਖੁਦਾ ਦੇ ਕੀ ਬਣ ਜਾਂਦੇ ਨੇ, ਖੁਦਾ ਦੇ ਤਾਲਬ ਬਣ ਜਾਂਦੇ ਨੇ, ਖੁਦਾ ਦੇ ਫੋਲੋ ਕਰਨ ਵਾਲੇ ਬਣ ਜਾਂਦੇ ਨੇ। ਸੋ ਮੇਰੇ ਜੀਜ਼ੋ ਜਿਵੇਂ ਅਮਰੀਕਾ ਦਾ ਯਹੂਦੀਆਂ ਦੀ ਤਾਰੀਖ ਔਰ ਯਹੂਦੀਆਂ ਦੇ ਸਰਵਾਈਵਲ ਲਈ ਬੜਾ ਅਹਿਮ ਕਿਰਦਾਰ ਹੈ। ਜਿਹੜੇ ਕ੍ਰਿਸਚੀਅਨਸ ਖਾਸ ਤੌਰ ਤੇ ਯਾਦ ਰੱਖੋ, ਖਾਸ ਤੌਰ ਤੇ ਜੋ ਕਿ ਅਸੀਂ ਇੰਡੀਅਨ ਪਾਕਿਸਤਾਨੀ ਕੰਟੈਕਸਟ ਦੀ ਗੱਲ ਕਰਨ ਰਹੇ ਹਾਂ, ਜਿਹੜੇ ਕ੍ਰਿਸਚਨਾਂ ਨੂੰ ਖੁਦਾ ਜਾਂ ਜਿਹੜੇ ਚਰਚਸ ਖੁਦਾ ਨੇ ਇੰਡੀਅਨ ਪਾਕਿਸਤਾਨੀ ਚਰਚ ਅਮਰੀਕਾ 'ਚ ਕਾਇਮ ਕੀਤੇ ਨੇ, ਗੱਲ ਯਾਦ ਰੱਖੋ ਜਿਹੜੇ ਸੁਣਨ ਰਹੇ ਨੇ ਵਰਚੁਅਲੀ ਵੀ, ਤੁਹਾਨੂੰ ਖੁਦਾ ਇੱਥੇ ਅਮਰੀਕਨ ਡ੍ਰੀਮ ਪੂਰਾ ਕਰਨ ਲਈ ਨਹੀਂ ਲੈ ਕੇ ਆਇਆ। ਯਾਦ ਰੱਖਿਓ, ਸਾਨੂੰ ਖੁਦਾ ਇੱਥੇ ਲੈ ਕੇ ਆਇਆ ਵੇ ਤਾਂ ਕਿ ਅਸੀਂ ਖੁਦਾ ਦੀ ਬਾਦਸ਼ਾਹੀ ਨੂੰ ਕੀ ਕਰੀਏ, ਉਹਨੂੰ ਅਸੀਂ ਅੱਗੇ ਲੈ ਕੇ ਜਾਈਏ। ਜਿਹੜੇ ਖੁਦਾ ਨੇ ਸਾਨੂੰ ਨਵੀਂ ਮੈਨੇਜਰਸ਼ਿਪ ਦਿੱਤੀ ਹੈ, ਨਵੀਂ ਸਟੀਵਰਡਸ਼ਿਪ ਦਿੱਤੀ ਹੈ, ਖੁਦਾ ਨੇ ਜਿਹੜੇ ਸਾਨੂੰ ਕਲੀਸਿਆ ਦੇ ਵਿੱਚ ਰੱਖਿਆ ਵੇ, ਖੁਦਾ ਨੇ ਜਿਹੜੇ ਸਾਨੂੰ ਖਿਦਮਤਾਂ ਤੋੜੇ ਦਿੱਤੇ ਨੇ, ਉਹ ਖੁਦਾ ਨੇ ਇਸ ਲਈ ਦਿੱਤੇ ਨੇ ਕਿਉਂਕਿ ਅਮਰੀਕਾ ਭਾਵੇਂ ਗਵਰਨਮੈਂਟ ਅਮਰੀਕਾ ਦੀ, ਭਾਵੇਂ ਸਟੈਬਲਿਸ਼ਮੈਂਟ, ਭਾਵੇਂ ਚਰਚਿਸ, ਭਾਵੇਂ ਮੇਨ ਕਲਚਰ ਜਾਂ ਸਬ ਕਲਚਰ,
ਅਸੀਂ ਐਜ਼ ਅ ਸਬ ਕਲਚਰ ਹੁੰਦੇ ਆ ਚਰਚ ਜਿਹੜੇ ਨੇ। ਅਗਰ ਅਸੀਂ ਆਪ ਹੀ ਚਰਚ ਖੇਡਦੇ ਰਵਾਂਗੇ ਨਾ ਕਿ ਆਪਣਾ ਕਲੀਨ ਨਵਾਂ ਪਾ ਲਓ ਤੇ ਆਪਣੇ ਬੈਂਚਸ ਨਵੀਆਂ ਪਾ ਲਓ ਤੇ ਜਨਾਬ ਬਿਲਡਿੰਗ ਨਵੀਂ ਖੜੀ ਕਰ ਲਓ, ਸਾਊਂਡ ਸਿਸਟਮ ਨਵਾਂ ਲੈ ਆਓ ਤੇ ਫਲਾਣਾ ਕਰ ਲਓ, that is not the case। ਜਿਹੜਾ ਚਰਚ ਸਿਰਫ ਆਪਣਾ ਮੇਕਅਪ ਕਰਨਾ ਸ਼ੁਰੂ ਕਰ ਦਿੰਦਾ ਨਾ ਤੇ ਬਾਹਰ ਭੁੱਲ ਜਾਂਦਾ ਬਾਹਰ ਕੀ ਕਰਨਾ ਵੇ, that church going to be seized, going to be destroyed, ਉਹ ਚਰਚ ਖਤਮ ਹੋ ਜਾਏਗਾ। ਅਗਰ ਤੁਸੀਂ ਖੁਦਾ ਜਿੱਥੇ ਬਾਹਰ ਕੰਮ ਕਰਨ ਡਿਆ ਵੇ, ਤੁਸੀਂ ਅਗਰ ਖੁਦਾ ਦੇ ਨਾਲ ਸ਼ਾਮਲ ਨਹੀਂ ਹੋਵੋਗੇ ਚਰਚ ਦੀਆਂ ਕੰਧਾਂ ਤੋਂ ਬਾਹਰ, ਤੇ ਯਾਦ ਰੱਖੋ ਕਿ that church is gonna dry and finish। ਸੋ ਇਸ ਲਈ ਸਾਨੂੰ ਭਾਵੇਂ ਵਿਰਚੁਅਲ ਪਲੇਟਫਾਰਮ ਤੇ, ਭਾਵੇਂ ਇਨ ਪਰਸਨ, ਭਾਵੇਂ ਗਲੀਆਂ ਦੇ ਵਿੱਚ ਤੇ ਭਾਵੇਂ ਬਾਜ਼ਾਰਾਂ ਦੇ ਵਿੱਚ, ਜਿੱਥੇ ਵੀ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਖੁਦਾ ਦੇ ਕਲਾਮ ਨੂੰ ਔਰ ਬਾਦਸ਼ਾਹੀ ਦੇ ਸਟੀਵਰਡ ਹੁੰਦਿਆਂ ਹੋਇਆਂ ਅਸੀਂ ਖੁਦਾ ਦੇ ਇਸ ਕਲਾਮ ਨੂੰ ਔਰ ਪੈਗਾਮ ਨੂੰ ਲੋਕਾਂ ਤੱਕ ਪਹੁੰਚਾਈਏ, ਤਾਂ ਕਿ ਦੁਨੀਆ ਜਾਣ ਲਏ ਕਿ ਸਾਰੀ ਜ਼ਮੀਨ ਦਾ ਮਾਲਕ ਜਿਹੜਾ ਵੇ ਉਹ ਯਿਸੂ ਮਸੀਹ ਹੈ। ਆਸਮਾਨ ਔਰ ਜ਼ਮੀਨ ਦਾ ਕੁੱਲ ਇਖਤਿਆਰ ਉਹਦੇ ਕੋਲ ਹੈ ਔਰ ਦੁਨੀਆ ਦੀ ਅਦਾਲਤ ਉਹ ਹੀ ਆ ਕੇ ਕਰੇਗਾ। ਖੁਦਾਵੰਦ ਸਾਨੂੰ ਸਾਰਿਆਂ ਨੂੰ ਆਸਫ ਦੇ ਨਾਲ ਰਲ ਕੇ ਖੁਦਾ ਦੀ ਬਾਦਸ਼ਾਹੀ ਨੂੰ ਐਕਸਪੈਂਡ ਕਰਨ ਦਾ, ਖੁਦਾ ਦੇ ਕਲਾਮ ਨੂੰ ਫੈਲਾਉਣ ਦਾ ਔਰ ਖੁਦਾ ਦੇ ਲੋਕਾਂ ਤੱਕ ਪਹੁੰਚਣ ਦਾ ਫਜ਼ਲ ਦੇਵੇ। ਆਮੀਨ। ਆਮੀਨ। ਥੈਂਕ ਯੂ ਪਾਸਟਰ। ਮੈਂ ਹੁਣ ਇਨਵਾਈਟ ਕਰਾਂਗੀ ਅੰਕਲ ਜੋਸ਼ੂਆ ਨੂੰ ਕਿ ਉਹ ਆਪਣੇ ਸਵਾਲ, ਆਪਣੀ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਅੱਜ ਕੋਈ ਇੰਨਾ ਖਾਸ ਨਹੀਂ ਹੈ, ਪਰ ਫਿਰ ਵੀ ਜਿੰਨਾ ਕਿ ਮੇਰੇ ਦਿਮਾਗ ਨੇ ਕੰਮ ਕੀਤਾ ਮੈਂ ਉਸ ਹਿਸਾਬ ਦੇ ਨਾਲ ਜ਼ਰੂਰ ਦੱਸਾਂਗਾ। ਇਹਦੇ ਵਿੱਚ ਮੈਂ 5ਵੀਂ ਤੇ 8ਵੀਂ ਆਇਤ ਜਿਹੜੀ ਹੈ ਨਾ ਉਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਹੜਾ ਸਾਮਿਸਟ ਹੈ ਨਾ ਉਹ says the alliance against Judah is really against God. Battle is not yours but God's. God is the most high over all the earth, and enemies of Israel were considered God's enemies. That's it. Uncle ji, ਹੁਣ ਮੈਂ ਇਨਵਾਈਟ ਕਰਾਂਗੀ ਆਂਟੀ ਜੋਤੀ ਨੂੰ ਕਿ ਸਵਾਲ, ਆਪਣੀ ਕਮੈਂਟ ਸਾਡੇ ਸਾਥ ਸ਼ੇਅਰ ਕਰਨ। ਹਾਂਜੀ, ਜਿਹੜਾ ਅੱਜ ਦਾ ਜ਼ਬੂਰ ਆ ਇਹ ਥੋੜਾ ਸੁਣਨ ਨੂੰ ਵੀ ਥੋੜਾ ਮੁਸ਼ਕਿਲ ਲੱਗਦਾ ਹੈ, ਪਰ ਖੁਦਾਵੰਦ ਦਾ ਵਚਨ ਕਹਿੰਦਾ ਕਿ ਜੋ ਤੁਸੀਂ ਕੁਝ ਵੀ ਤੁਹਾਨੂੰ ਸਮਝ ਲੱਗਦੀ ਤੁਸੀਂ ਸ਼ੇਅਰ ਕਰੋ ਸਾਰਿਆਂ ਨੂੰ। ਇਹਦੇ ਵਿੱਚ ਜੋ ਅਸਾਫ ਦਾ ਜਿਹੜਾ ਭਜਨ ਹੈ ਇਹ ਬੈਰੀਆਂ ਦੀ ਹਾਲ ਲਈ ਉਸਨੇ ਇੱਕ ਤਰ੍ਹਾਂ ਦੀ ਖੁਦਾ ਦੇ ਅੱਗੇ ਪ੍ਰਾਰਥਨਾ ਕੀਤੀ ਹੈ, ਕਿਉਂਕਿ ਉਸਨੂੰ ਪਤਾ ਹੈ ਕਿ ਖੁਦਾ ਬਹੁਤ ਮਹਾਨ ਹੈ। ਉਸਨੇ ਪ੍ਰਭੂ ਨੂੰ ਪਿੱਛੇ ਦੀਆਂ ਗੱਲਾਂ ਸਾਰੀਆਂ ਉਹਦੇ ਨਾਲ ਸ਼ੇਅਰ ਕੀਤੀਆਂ ਕਿ ਜਦੋਂ ਮੂਸਾ ਦਾ ਟਾਈਮ ਸੀਗਾ, ਲੂਤ ਦਾ ਟਾਈਮ ਸੀਗਾ, ਔਰ ਜਿੰਨੀਆਂ ਵੀ ਇਹ ਸਾਰੇ ਰਾਜੇ ਸੀਗੇ ਔਰ ਜਿੰਨੀਆਂ ਵੀ ਇਹ ਕੌਮਾਂ ਸੀ ਸਾਰੀਆਂ ਨੇ ਇਜ਼ਰਾਈਲ ਦੇ ਉੱਤੇ ਉਹਨਾਂ ਨੇ ਚੜਾਈ ਕੀਤੀ ਸੀ, ਔਰ ਪ੍ਰਭੂ ਨੇ ਉਸਨੇ ਯਾਦ ਕਰਾਇਆ ਕਿ ਖੁਦਾਵੰਦ ਜਿਸ ਤਰ੍ਹਾਂ ਉਸ ਵਕਤ ਤੁਸੀਂ ਉਹਨਾਂ ਸਾਰਿਆਂ ਨੂੰ ਸ਼ਰਮਿੰਦੇ ਕੀਤਾ ਔਰ ਜਿਨ੍ਹਾਂ ਨੇ ਤੇਰੇ ਸ਼ਹਿਰ ਨੂੰ ਤੇ ਨਗਰ ਨੂੰ ਤੇਰੇ ਨੂੰ ਬਰਬਾਦ ਕਰਨਾ ਚਾਹਿਆ, ਔਰ ਤੂੰ ਉਹਨਾਂ ਦੇ ਨਾਲ ਕੀ ਕੀ ਕਿਸ ਤਰ੍ਹਾਂ ਦਾ ਕੀਤਾ, ਔਰ ਇਸ ਤਰ੍ਹਾਂ ਨੇ ਜਿਹੜੀ ਇਸ ਦੀ ਤੇਰਾ ਹੈ ਤੇ ਇਹ ਮੇਰੇ ਪਰਮੇਸ਼ਰ ਤੋਂ ਉਹਨਾਂ ਨੂੰ ਬੁੱਲੇ ਨਾਲ ਉਡਾਉਣ ਵਾਲੇ ਕੱਟੇ ਅਤੇ ਹਨੇਰੀ ਨਾਲ ਉੱਡਣ ਵਾਲੇ ਕੱਖਾਂ ਦੀ ਤਰ੍ਹਾਂ ਬਣਾ ਦਿੱਤੇ। ਉਸਨੇ ਉਹ ਯਾਦ ਕਰਾਇਆ ਕਿ ਅੱਜ ਵੀ ਇਹ ਸਮਾਂ ਹੈ ਕਿ ਜਦੋਂ ਪ੍ਰਭੂ ਦਾ ਵਚਨ ਅਸੀਂ ਜਿੰਨਾ ਸਾਨੂੰ ਅਸੀਂ ਕਿਸੇ ਦੇ ਨਾਲ ਸ਼ੇਅਰ ਕਰਦੇ ਹਾਂ, ਜਿੰਨਾ ਸਾਨੂੰ ਕਰਨਾ ਚਾਹੀਦਾ ਉਹਨਾਂ ਅਸੀਂ ਕਰਦੇ ਨਹੀਂ, ਕਿ ਖੁਦਾਵੰਦ ਪ੍ਰਭੂ ਕਿਉਂਕਿ ਜਦੋਂ ਅਸੀਂ ਥੋੜਾ ਜਿਹਾ ਸਾਨੂੰ ਨੌਲੇਜ ਹੋ ਜਾਂਦੀ ਹੈ ਇਸ ਚੀਜ਼ ਦੀ, ਅਸੀਂ ਉਸਦੇ ਵਿੱਚ ਆਪਣੇ ਆਪ ਨੂੰ ਬਹੁਤ ਸਮਝਣ ਲੱਗ ਜਾਂਦੇ ਕਿ ਖੁਦਾਵੰਦ ਸਾਨੂੰ ਸਭ ਕੁਝ ਪਤਾ ਹੈ। ਪਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਘਮੰਡੀਆਂ ਦੇ ਲਈ ਖਾਸ ਕਰਕੇ ਇਹ ਪ੍ਰਭੂ ਨੇ ਉਸਨੇ ਅਸਾਫ ਨੇ ਲਿਖਿਆ ਹੈ ਕਿ ਪ੍ਰਭੂ ਤੋਂ ਉਹਨਾਂ ਨੂੰ ਜੋ ਬਹੁਤ ਜ਼ਿਆਦਾ ਇਸ ਵਕਤ ਘਮੰਡ ਦੇ ਵਿੱਚ ਹਨ, ਜਿਹੜੇ ਜਿਹਨਾਂ ਨੂੰ ਨੌਲੇਜ ਹੈ ਲੇਕਿਨ ਉਹ ਪ੍ਰਭੂ ਦੇ ਵਿੱਚ ਅੱਗੇ ਵਧਣ ਦੇ ਲਈ ਦੂਸਰਿਆਂ ਨੂੰ ਵੀ ਦੱਸਦੇ ਨਹੀਂ ਹੈਗੇ। ਉਸਨੇ ਕਿਹਾ ਕਿ ਖੁਦਾਵੰਦ ਤੋਂ ਉਹਨਾਂ ਨੂੰ ਉਹਨਾਂ ਦੇ ਘਮੰਡ ਤੋਂ ਪਰੇ ਹਟਾ ਕੇ ਉਸਨੂੰ ਆਪਣੀ ਵਿੱਚ ਲੈ ਕੇ ਆਓ। ਖੁਦਾਵੰਦ ਤੋਂ ਸਾਰਿਆਂ ਦੀ ਨਿਆਂ ਕਰਤਾ ਹੈ ਔਰ ਤੂੰ ਪ੍ਰਭੂ ਸਾਰਿਆਂ ਦਾ ਨਿਆਂ ਕਰ। ਅੱਜ ਦੇ ਇਸ ਜ਼ਬੂਰ ਦੇ ਵਿੱਚ ਮੈਨੂੰ ਇਹ ਥੋੜਾ ਸਮਝ ਲੱਗੀ, ਇਸ ਲਈ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਦੀ ਹਾਂ। ਥੈਂਕ ਯੂ ਆਂਟੀ ਜੀ। ਮੈਂ ਹੁਣ ਇਨਵਾਈਟ ਕਰਾਂਗੀ ਆਂਟੀ ਸਿੰਬਲ ਨੂੰ ਕਿ ਉਹ ਵੀ ਆਪਣੇ ਸਵਾਲ, ਆਪਣੇ ਕਮੈਂਟਰੀ ਸਾਡੇ ਨਾਲ ਸ਼ੇਅਰ ਕਰਨ। ਅੱਜ ਮੇਰੇ ਕੋਲ ਕੋਈ ਰਿਫਲੈਕਸ਼ਨ ਨਹੀਂ, ਕਿਉਂਕਿ ਪਾਦੀ ਸਾਹਿਬ ਨੇ ਬਹੁਤ डिटेल नाल रिफ्लैक्शन दे दी है, और मैं आज पादी साहब दे लिए थोड़े से लफ्ज बोलांगी कि पादी साहब आई एम वेरी प्राउड ऑफ यू एंड गॉड ब्लेस यू मोर। सारे ज़बूरां दे सैशन च तुहाडे कोलों असीं बहुत सिक्ख्या और खुदावंद तुहानूं होर इसे तरह इस्तेमाल करे। हाँ जी। फिर मैं एक गल भुल गया तुहानूं मैं दसां इहदे विच एक होर ਮੈਨੂੰ ਯਾਦ ਆ ਗਈ ਹੈ। ਇਹ ਜਿਹੜੀਆਂ 9ਵੀਂ ਤੋਂ 10ਵੀਂ ਆਇਤਾਂ ਨਾ ਜਿਹੜੇ ਤੁਸੀਂ ਲਿਸਟ ਪੜਨ ਡਏ ਹੋ ਕਿ ਤੂੰ ਉਹਨਾਂ ਨਾਲ ਇੰਜ ਕਰ ਜਿਵੇਂ ਤੂੰ ਮਦਿਆਨ ਵਿੱਚ ਔਰ ਜਿਵੇਂ ਵਾਦੀ ਕਿਸੋਨ ਤੇ ਸਿਸਰਾ ਯਮੀਨ ਨਾਲ ਕੀਤਾ ਸੀ, ਜੋ ਐਨ ਦੌਰ ਦੇ ਵਿੱਚ ਹਲਾਕ ਹੋਏ,
ਔਰ ਉਹਦੇ ਬਾਅਦ 10ਵੀਂ ਆਇਤ ਤੇ ਉਹਨਾਂ ਦੇ ਸਰਦਾਰਾਂ ਨੂੰ ਔਰੇਬ ਔਰ ਜ਼ੋਇਬ ਦੀ ਮਾਨਤ ਸ਼ਹਿਜ਼ਾਦਿਆਂ ਨੂੰ। ਇਹ ਪਤਾ ਕਿਹੜਾ ਵਾਕਿਆ ਵੇ? ਇਹ ਕਾਜ਼ੀਆਂ ਦੀ ਕਿਤਾਬ ਵਿੱਚ ਇੱਕ ਤੇ ਲਿਸਟ ਹੈ ਦੂਜੀ 10ਵੀਂ ਆਇਤ ਵਾਲੀ ਜਿਹਨੂੰ ਜਦੋਨ ਨੇ ਮਾਰਿਆ ਸੀ, ਠੀਕ ਹੈ। ਲੇਕਿਨ ਤੁਹਾਨੂੰ ਮੈਂ ਮਜ਼ੇਦਾਰ ਦੀ ਗੱਲ ਦੱਸਾਂ, ਜਿਹੜੀ ਪਹਿਲੀ ਲਿਸਟ ਹੈ ਨਾ, तू उनसे ऐसा कर जैसा मिद्यान में वादी किसोन में सिसरा और यामीन से किया था। सिसरा ਜਿਹੜਾ ਸੀ ਨਾ, ਇਹ ਆਪਣੇ ਦੌਰ ਦਾ ਫਿਲਿਸਤੀਆਂ ਬਨੀ ਅਮੂਨ ਦਾ ਪਤਾ ਨਹੀਂ ਜਿਨ੍ਹਾਂ ਦਾ ਵਹੀ ਫਿਲਿਸਤੀਆਂ ਮੈਂ ਕਨਫਰਮ ਕਰਾਂਗਾ, ਲੇਕਿਨ ਦੁਸ਼ਮਣਾਂ ਦਾ ਬੜਾ ਪਾਵਰਫੁਲ ਸਪੈਸ਼ਲ ਸੀ, ਬੜਾ ਪ੍ਰੋਫੈਸ਼ਨਲ, ਠੀਕ ਹੈ। ਅੱਛਾ, ਜੰਗ ਦੇ ਵਿੱਚੋਂ ਹਾਰ ਕੇ ਨੱਠ ਕੇ ਆ ਨਾ ਜਦੋਂ, ਤੇ ਇਹ ਐਸੇ ਖੈਮੇ ਚ ਪਹੁੰਚ ਗਿਆ ਕਿ ਜਿੱਥੇ ਨਾ ਇਲਾਕਾ ਫਰਕ ਸੀ, ਔਰ ਉੱਥੇ ਮੇਰੇ ਖਿਆਲ ਚ ਇੱਕ ਫੈਮਿਲੀ ਰਹਿੰਦੀ ਸੀ। ਉਹ ਫੈਮਿਲੀ ਦੇ ਕੋਲ ਗਿਆ ਨਾ, ਜਦੋਂ ਆਂਦਾ ਮੈਨੂੰ ਬਚਾ ਲਓ, ਅਗਰ ਕੋਈ ਬਾਹਰੋਂ ਪੁੱਛਣ ਆਏ ਤੇ ਮੇਰਾ ਨਾਂ ਦੱਸਿਓ ਤੇ ਮੈਂ ਨਾ ਅੰਦਰ ਮੈਨੂੰ ਲੁਕਾ ਦਿਓ। ਔਰ ਉਹਦੇ ਬਾਅਦ ਨਾ ਜਿਹੜੀ ਖਾਤੂਨ ਸੀ, ਉਹ ਖਾਤੂਨ ਦਾ ਨਾਮ ਮੇਰੇ ਜ਼ਿਹਨ ਚ ਨਹੀਂ ਆ ਰਿਹਾ ਇਸ ਵੇਲੇ, ਮੈਂ ਤੁਹਾਨੂੰ ਪੜ੍ਹ ਕੇ ਦੱਸਾਂਗਾ ਬਾਅਦ ਚੋਂ। ਐਡਾ ਵੱਡਾ ਸੁਪਾ ਸਲਾਰ, ਐਡਾ ਪ੍ਰੋਫੈਸ਼ਨਲ ਬੰਦਾ, ਤੇ ਬੀਬੀ ਦੇ ਹੱਥੋਂ ਮਾਰਿਆ ਗਿਆ। ਉਹਨੇ ਕਿਵੇਂ ਮਾਰਿਆ ਇਹਨੂੰ? ਦਿਲਚਸਪ ਗੱਲ ਵੇਖੋ। ਉਹਨੇ ਜਨਾਬ ਇਹਨੂੰ ਨਾ ਥੱਕਿਆ ਸੀ, ਜੰਗ ਦਾ ਨੱਠਿਆ ਸੀ, ਪਤਾ ਨਹੀਂ ਕਿੰਨੇ ਦਿਨਾਂ ਤੋਂ ਨੱਠਣ ਡਿਆ ਸੀ ਜਾਂ ਭੁੱਖਾ ਭਾਣਾ। ਉਹ ਆਇਆ ਨਾ ਜਦੋਂ, ਉਹਨੇ ਜਨਾਬ ਕੀ ਕੀਤਾ, ਉਹਨੇ ਖੈਮੇ ਦਾ ਸੁੱਟ ਕੇ ਨਾ ਥੱਲੇ ਪਰਦਾ, ਉਹਨੇ ਇਹਨੂੰ ਰੋਟੀ ਖਵਾਈ ਤੇ ਗਰਮ ਦੁੱਧ ਪਿਆਇਆ, ਠੀਕ ਹੈ ਨਾ। ਥੱਕਿਆ ਹਾਰਾ ਬੰਦਾ ਨੱਠਿਆ ਭੱਜਿਆ, ਜਦੋਂ ਰੋਟੀ ਖਾ ਕੇ ਤੇ ਗਰਮ ਦੁੱਧ ਪੀ ਲੈਣਾ ਤੇ ਫਿਰ ਨੀਂਦਰ ਚੜਦੀ ਹੈ, ਘੂਕੀ ਚੰਗੀ ਭਲੀ, ਠੀਕ ਹੈ ਨਾ। ਉਹ ਜਨਾਬ ਉਹ ਉੱਥੇ ਨਾ ਸੌਂ ਗਿਆ, ਫਿਰ ਨਾ ਘੋੜੇ ਖੋਤੇ ਵੇਚ ਕੇ। ਕਲਾਮ ਵਿੱਚ ਲਿਖਿਆ ਜੀ ਕਿ ਉਹਨੇ ਕੀ ਲਈ, ਜਿਹੜੀ ਮਿੱਖ ਨਹੀਂ ਹੁੰਦੀ ਜਿਹਦੇ ਨਾਲ ਖੈਮੇ ਦੀ ਰੱਸੀ ਬੰਨੀ ਦੀ ਹੈ, ਠੀਕ ਹੈ ਨਾ। ਇਹ ਜਿਵੇਂ ਸੁੱਤਾ ਸੀ ਨਾ, ਉਹਨੇ ਰੱਖੀ ਇੱਥੇ ਕੰਨਪਟੀ ਤੇ, ਮਿੱਖ ਰੱਖ ਕੇ ਨਾ ਉਹਨੇ ਇੱਕੋ ਹੀ ਵਾਰ ਦੇ ਨਾਲ ਮਾਰਿਆ ਤੇ ਸੁੱਤੇ ਪਏ ਨੂੰ ਸਣੇ ਮਿੱਖ ਦੇ ਉਹਨੇ ਥੱਲੇ ਦੱਬ ਛੜਿਆ। ਦਿਮਾਗ ਇਧਰੋਂ ਮਿੱਖ ਨਿਕਲੀ, ਇਧਰੋਂ ਜਾ ਕੇ ਥੱਲੇ ਦੱਬ ਕਰਤਾ, ਠੀਕ ਹੈ ਨਾ। ਮਤਲਬ ਅੰਦਾਜ਼ਾ ਲਾਓ, ਖੁਦਾ ਆਪਣੇ ਦੁਸ਼ਮਣਾਂ ਨੂੰ ਜਦੋਂ ਰੁਸਵਾ ਕਰਦੇ, ਜਦੋਂ ਕਹਿੰਦੇ ਨਾ ਰੁਸਵਾ ਕਰਦੇ, ਸ਼ਰਮਿੰਦਾ ਕਰਦੇ, ਅੰਦਾਜ਼ਾ ਲਾਓ ਐਡਾ ਟ੍ਰੇਨਡ ਸੋਲਜਰ, ਐਡਾ ਵੱਡਾ ਤੂੰ ਨਾਈਟ ਤੇ ਐਡਾ ਵੱਡਾ ਤੂੰ ਜਨਾਬ ਸੁਪਾ ਸਲਾਰ ਤੇ ਮਾਰ, ਤੇ ਮਰਿਆ ਕਿਵੇਂ ਵੇ? ਇੱਕ ਬੀਬੀ ਦੇ ਹੱਥੋਂ ਆਰਾਮ ਦੇ ਨਾਲ। ਉਹਨੇ ਮਿੱਖ ਸੁੱਤੇ ਪਏ ਨੇ ਮਿੱਖ ਠੋਕ ਕੇ ਮਾਰ ਦਿੱਤਾ। ਇੰਟਰਸਟਿੰਗਲੀ ਤੁਸੀਂ ਵੇਖਦੇ ਆ ਕਿ ਬਾਈਬਲ ਮੁਕੱਦਸ ਦੇ ਵਿੱਚ ਖੁਦਾ ਨੇ ਖਵਾਤੀਨ ਨੂੰ ਬੜੇ ਜ਼ੋਰਾਵਰ ਤਰੀਕੇ ਨਾਲ ਇਸਤੇਮਾਲ ਕੀਤਾ ਵੇ, ਠੀਕ ਹੈ। ਔਰ ਖਵਾਤੀਨ ਦਾ ਬੜਾ ਅਹਿਮ ਰੋਲ ਹੈ ਖੁਦਾ ਦੀ ਬਾਦਸ਼ਾਹੀ ਦੇ ਵਿੱਚ। ਔਰ ਅਸੀਂ ਵੇਖਦੇ, ਤੁਸੀਂ ਵੇਖੋਗੇ ਇੱਥੇ ਮੈਂ ਤੇ ਅੰਕਲ ਜੋਸ਼ੂਆ ਮਿਨੋਰਿਟੀ ਚ ਆ, ਸਾਡੇ ਕੋਲ ਇੱਥੇ ਖਵਾਤੀਨ ਦੀ ਤਰਾਜ਼ ਜ਼ਿਆਦਾ ਵੇ ਸਾਡੇ ਕੋਲ ਸਕਰੀਨ ਤੇ ਵੀ। ਤੇ ਅਸੀਂ ਤੁਹਾਡੀ ਖਿਦਮਤ ਲਈ ਔਰ ਤੁਹਾਡੇ ਸਾਰੇ ਟਾਈਮ ਲਈ, ਤੁਹਾਡੀ ਕਮਿਟਮੈਂਟ ਲਈ ਅਸੀਂ ਖੁਦਾ ਦਾ ਸ਼ੁਕਰ ਅਦਾ ਕਰਨਾ ਹੈ। ਥੈਂਕ ਯੂ ਪਾਸਟਰ ਜੀ। ਇਸ ਰਿਫਲੈਕਸ਼ਨ ਲਈ ਮੈਂ ਧੰਨਵਾਦ ਕਰਨੀ ਜਿਹੜੇ ਅੱਜ ਦੇ ਐਪੀਸੋਡ ਵਿੱਚ ਸਾਡੇ ਸੀਰੀਜ਼ ਵਿੱਚ ਸਾਡੇ ਨਾਲ ਸ਼ਾਮਿਲ ਰਹੇ ਆ। ਅਸੀਂ ਤੁਹਾਨੂੰ ਸਾਰਿਆਂ ਨੂੰ ਤਾਂ ਆਪਣੇ ਆਪ ਨੂੰ ਇੱਕ ਹਫ਼ਤੇ ਦਾ ਬ੍ਰੇਕ ਦੇਵਾਂਗੇ ਕਿ ਜੋ ਵੀ ਤੁਸੀਂ ਨਵੀਂ ਇਨਫੋਰਮੇਸ਼ਨ ਸਿੱਖੀ ਆ, ਜੋ ਵੀ ਨਵੀਂ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲੀਆਂ, ਤੁਸੀਂ ਵੀ ਤਾਂ ਸਾਨੂੰ ਵੀ ਮੌਕਾ ਮਿਲੇ ਇਹ ਚੀਜ਼ਾਂ ਡਾਈਜੈਸਟ ਕਰਨ ਨੂੰ, ਤਾਂ ਫਿਰ ਅਸੀਂ ਇੱਕ ਨਵੇਂ ਪ੍ਰੋਜੈਕਟ ਤੇ ਵਰਕ ਕਰਾਂਗੇ, ਤੁਹਾਡੇ ਸਾਰਿਆਂ ਲਈ ਇੱਕ ਨਵਾਂ ਸੀਰੀਜ਼ ਲੈ ਕੇ ਆਵਾਂਗੇ। ਥੈਂਕ ਯੂ। Thank you.